राम राम करता सब जग हुआ। राम राम जपता ਦੀ ਜਗ੍ਹਾ ਕਰਤਾ ਵਰਤਿਆ। ਲੋਕ ਰਾਮ ਰਾਮ ਮੂੰਹ ਨਾਲ ਉਚਾਰਨ ਨੂੰ ਰਾਮ ਨਾਮ ਜਪਣਾ ਮੰਨ ਲੈਂਦੇ ਨੇ। ਰਾਮ ਰਾਮ ਮੂੰਹ ਨਾਲ ਉਚਾਰਨ ਨੂੰ, ਇਹਨੂੰ ਉਚਾਰਨ ਕਿਹਾ। ਗੁਰਬਾਣੀ ਨੂੰ ਉਚਾਰਨਾ ਮੰਨਦੀ ਹੈ, ਜਪਣਾ ਨਹੀਂ ਮੰਨਦੀ। ਜਿਹੜੇ ਹਿੰਦੂ ਲੋਕ ਨੇ, ਹਿੰਦੂ ਰਾਮ ਨਾਮ ਉਚਰੈ, ਹਿੰਦੂ ਰਾਮ 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 ਮੂੰਹ ਨਾਲ ਜਿਹੜੇ ਕਰਦੇ ਨੇ, ਇਹ ਜਪਣਾ ਨਹੀਂ ਹੈ, ਰਾਮ ਨਾਮ ਉਚਾਰਨ ਕਰਨਾ। ਜਪਣਾ ਔਰ ਉਚਾਰਨ ਕਰਨਾ ਅੱਡ ਅੱਡ ਹੋ ਗਏ। ਹੁਣ ਗੁਰਬਾਣੀ ਦੀ ਨਿਗਾਹ 'ਚ ਅੱਡ ਅੱਡ ਨੇ। ਯਾਨੀ ਰਾਮ ਰਾਮ ਉਚਾਰਨਾ ਮੂੰਹ ਨਾਲ, ਇਹ ਜਪਣਾ ਨਹੀਂ ਹੁੰਦਾ। ਬਸ ਭਰਮ ਗਿਆਨੀਆਂ ਦੀ ਮੱਤ ਵਿੱਚ ਚਾਹੇ ਜਪਣਾ ਹੋਵੇ, ਮਨਮੁਖਾਂ ਦੀ ਮੱਤ ਵਿੱਚ ਜਪਣਾ ਹੋਵੇ, ਗੁਰਮੁਖਾਂ ਦੀ ਮੱਤ ਵਿੱਚ ਇਹ ਜਪਣਾ ਨਹੀਂ ਹੈ। ਗੁਰਮੁਖਾਂ ਦੀ ਮੱਤ ਹੋਰ ਹੈ, ਗੁਰਮੁਖਾਂ ਦੀ ਮੱਤ ਗੁਰਮਤ ਹੈ, ਤੇ ਬਾਕੀ ਜਿਹੜੀਆਂ ਜਿੰਨੀਆਂ ਮੱਤਾਂ ਨੇ ਸਭ ਮਨ ਕੀਆਂ ਮੱਤੀਆਂ ਨੇ। ਇਸ ਕਰਕੇ ਗੁਰਬਾਣੀ 'ਚ ਆਇਆ, ਨਾਮ ਨਾ ਜਾਣਿਆ ਰਾਮ ਕਾ ਮੂੜੇ, ਫਿਰ ਪਾਛੇ ਪਛਤਾਏ ਰੇ। ਹੁਣ ਰਾਮ ਆਪਣੇ ਆਪ 'ਚ ਇੱਕ ਨਾਮ ਹੈ, ਉਹਨਾਂ ਨੇ ਮੰਨਿਆ ਹੋਇਆ, ਤਾਂ ਹੀ ਤਾਂ ਰਾਮ ਰਾਮ ਕਰਦੇ ਨੇ। ਰਾਮ ਰਾਮ ਕਰਨ ਨੂੰ ਨਾਮ ਜਪਣਾ ਤਾਂ ਮੰਨਦੇ ਨੇ। ਰਾਮ ਆਪਣੇ ਆਪ 'ਚ ਉਹਨਾਂ ਦਾ ਇੱਕ ਨਾਮ ਹੈ, ਜਿਹਨੂੰ ਅਸੀਂ ਨਾਮ ਕਹਿੰਦੇ ਹਾਂ ਪੰਜਾਬੀ 'ਚ। ਗੁਰਬਾਣੀ ਦੀ ਦ੍ਰਿਸ਼ਟੀ 'ਚ ਨਾਮ ਨਹੀਂ ਹੈ। ਰਾਮ ਕਾ ਨਾਮ ਜਪੋ ਦਿਨ ਰਾਤੀ। ਰਾਮ ਕਾ ਨਾਮ ਕਿਉਂ ਲਾਇਆ? ਫਿਰ ਵਿਚਾਲੇ ਕਾ ਕਿਉਂ ਆ ਗਿਆ? ਰਾਮ ਦਾ ਆਪਣੇ ਆਪ 'ਚ ਨਾਮ ਸੀ, ਵਿਚਾਲੇ ਕਾ ਕਿਉਂ ਲੱਗਿਆ? ਕਾ ਵਿਚਾਲੇ ਲਾਉਣ 'ਚ ਦੱਸਿਆ ਸੀ ਵੀ ਰਾਮ ਨਾਮ ਨਹੀਂ ਹੈ। ਨਾਮ ਕੀ ਹੁੰਦਾ? ਨਾਮ ਅਸਲ ਦੇ ਵਿੱਚ ਜਸ ਹੁੰਦਾ ਹੈ। ਜਿਹੜਾ ਜਸ ਹੈ ਨਾ, ਜਸ ਆਪਾਂ ਕਹਿੰਦੇ ਬੜਾ ਨਾਮੀ ਗ੍ਰਾਮੀ ਆਦਮੀ ਸੀ, ਉਹ ਬੜਾ ਇੱਜ਼ਤ ਵਾਲਾ ਆਦਮੀ ਸੀ, ਜਸ ਵਾਲਾ ਆਦਮੀ ਸੀ, ਨਾਮ ਕਮਾਇਆ, ਉਹਦਾ ਬੜਾ ਜਸ ਸੀ, ਬੜੀ ਉਹਦੀ ਕੀਰਤੀ ਸੀ, ਬੜੀ ਲੋਕ ਉਹਦੀ ਉਸਤਤੀ ਕਰਦੇ ਸੀ, ਚੰਗਾ ਆਦਮੀ ਸੀ। ਆਦਮੀ ਵੀ ਚੰਗੇ ਹੁੰਦੇ ਨੇ, ਭਲੇ ਆਦਮੀ ਹੁੰਦੇ ਨੇ, ਪਰ ਜਿਹਾ ਜਿਹਾ ਪਰਮੇਸ਼ਰ ਭਲਾ ਹੈ, ਚੰਗਾ ਹੈ, ਉਹ ਜਿਹਾ ਆਦਮੀ ਨਹੀਂ ਹੋ ਸਕਦਾ। ਪਰਮੇਸ਼ਰ ਦੇ ਮਨ 'ਚ ਕਦੇ ਨਹੀਂ ਆਉਂਦਾ ਵੀ ਮੈਨੂੰ ਲੋਕ ਚੰਗਾ ਕਹਿਣ। ਉਹਨੂੰ ਇਹ ਨਹੀਂ ਹੈਗਾ ਮੈਨੂੰ ਵੀ ਚੰਗਾ ਕਹਿਣ, ਨਹੀਂ ਨਹੀਂ। ਉਹ ਇਸ ਕਰਕੇ ਚੰਗਾ ਕਹਿਣ ਤਾਂ ਕਿ ਚੰਗਾ ਕਹਿ ਕੇ ਸਾਡਾ ਹੰਕਾਰ ਦੂਰ ਹੋ ਜਾਂਦਾ। ਸਾਡੀ ਬਿਮਾਰੀ ਵਾਸਤੇ ਉਹਨੂੰ ਚੰਗਾ ਕਹਿਣਾ ਠੀਕ ਹੈ, ਨਾ ਕਿ ਉਹਦੇ ਨਾਲ ਉਹਨੂੰ ਕੋਈ ਫਰਕ ਪੈਂਦਾ। ਫਰਕ ਸਾਨੂੰ ਪੈਂਦਾ, ਲਾਭ ਸਾਨੂੰ ਹੈ। ਵਰਨਾ ਹੰਕਾਰ ਦੀ ਕੋਈ ਦਵਾਈ ਨਹੀਂ ਹੈ। ਹੰਕਾਰ ਦੀ ਦਵਾਈ ਨਾਮ ਨਹੀਂ ਹੈ। ਹਉਮੈ ਤਾਂ ਨਾਮੇ ਨਾਲ ਵਿਰੋਧ ਹੈ। ਜਿੰਨਾ ਚਿਰ ਆਦਮੀ ਹੰਕਾਰੀ ਹੈ, ਉਨਾ ਚਿਰ ਨਾਮ ਜਪੇ ਨਹੀਂ ਸਕਦਾ। ਉਹ ਜੇ ਨਾਮ ਜਪਦਾ, ਉਹ ਬਹੁਤ ਬੜੇ ਭੁਲੇਖੇ 'ਚ ਹੈ। ਜਿੱਥੇ ਹੰਕਾਰ ਹੁੰਦਾ, ਨਾਮ ਉੱਥੇ ਹੁੰਦਾ ਹੀ ਨਹੀਂ, ਉੱਥੇ ਰਹਿੰਦਾ ਹੀ ਨਹੀਂ, ਉੱਥੇ ਆਉਂਦਾ ਹੀ ਨਹੀਂ। ਤੇ ਰਾਮ ਰਾਮ ਕਰਨ ਵਾਲੇ, ਮਾਲਾ ਜਪਣ ਵਾਲੇ ਤਾਂ ਹੋਈ ਹੰਕਾਰੀ ਨੇ। ਪਹਿਲੀ ਸਟੇਜ ਵਿੱਚ ਆਦਮੀ ਹੰਕਾਰੀ ਹੈ। ਉਹ ਰਾਮ ਕੰਨ 'ਚ ਕਹਿ ਕੇ ਨਾਮ ਕੋਈ ਵੀ ਦੇ ਕੇ ਮਾਲਾ ਫੜਾ ਦਿੰਦਾ ਵੀ ਜਪ, ਤੇ ਜਪੂ ਕਿਵੇਂ? ਹੰਕਾਰ ਤਾਂ ਉਹਦੇ ਵਿੱਚ ਹੈ, ਨਾਮ ਉੱਥੇ ਕਿਵੇਂ ਆਜੂ? ਗੁਰਬਾਣੀ ਨੇ ਜਿਹੜੀ ਗੱਲ ਕਹੀ ਸੀ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਠਾਏ, ਇਹ ਬਹੁਤ ਗੱਲ ਅਰਥ ਰੱਖਦੀ ਸੀ। ਅਰਥ ਬਹੁਤ ਹੀ ਡੂੰਘੇ ਅਰਥ ਰੱਖਦੀ ਸੀ ਇਹ ਗੱਲ।
ਉਹਦੀ ਗਹਿਰਾਈ ਤੇ ਕਿਸੇ ਨੇ ਧਿਆਨ ਦਿੱਤਾ ਹੀ ਨਹੀਂ। ਜੇ ਇਹਨੂੰ ਵਿਚਾਰਿਆ ਜਾਵੇ ਇਹ ਗੱਲ ਨੂੰ ਕੱਲੀ ਨੂੰ, ਤਾਂ ਪਹਿਲੀ ਸਟੇਜ ਵਿੱਚ ਨਾਮ ਜਪਣ ਦਾ ਕੋਈ ਫਾਇਦਾ ਹੀ ਨਹੀਂ, ਜਪਿਆ ਹੀ ਨਹੀਂ ਜਾ ਸਕਦਾ। ਜਿਹੜੇ ਜਪਣ ਦੀ ਗੱਲ ਕਰਦੇ ਨੇ ਉਹ ਧਰਮ ਤੋਂ ਬੋਗਸ ਆਦਮੀ ਨੇ, ਬਿਲਕੁਲ ਧਰਮ ਦਾ ਉਹਨਾਂ ਨੂੰ ਗਿਆਨ ਹੀ ਕੋਈ ਨਹੀਂ ਹੈ। ਉਹ ਮੂਰਖੰਦ ਕੌਰ ਨੇ, ਲੋਕ ਉਹਨਾਂ ਦੀ ਗੱਲ ਜਿਹੜੇ ਮੰਨ ਲੈਂਦੇ ਨੇ। ਜਿਹੜੇ ਜਪਾਉਣ ਵਾਲੇ ਨੇ ਚੋਰ ਹਰਾਮਖੋਰ ਨੇ, ਪਤਾ ਉਹਨਾਂ ਨੂੰ ਵੀ ਨਹੀਂ ਧਰਮ ਦਾ। ਧਾਰਮਿਕ ਬੜੇ ਫਿਰਦੇ ਨੇ ਮੂਰਖੰਦ ਘੋਰਾਂ ਨੂੰ ਲੁੱਟਣ ਵਾਸਤੇ। ਮੂਰਖੰਦ ਘੋਰਾਂ ਨੂੰ ਲੁੱਟਣ ਵਾਸਤੇ, ਆਪਣੀ ਦਾਲ ਫੁਲਕਾ ਚਲਾਉਣ ਵਾਸਤੇ ਕੰਮ ਚੱਲਦਾ। ਧਰਮ ਦਾ ਹੋਰ ਕੁਝ ਨਹੀਂ ਹੈ। ਫਿਰ ਚਲੋ ਹੁਣੇ ਇਹ ਗੱਲ ਕਰ ਲਈਏ, ਫਿਰ ਇਹਦਾ ਇਲਾਜ ਕੀ ਹੋਇਆ ਜੇ ਨਾਮ ਨਹੀਂ ਹੈ? ਜੇ ਆਦਮੀ ਸ਼ਰਾਬ ਦੇ ਨਸ਼ੇ 'ਚ ਕੋਈ, ਉਹਨੂੰ ਤੁਸੀਂ ਕੀ ਸਮਝਾਓਗੇ, ਕੀ ਸਿੱਖਿਆ ਦੇ ਦੋਗੇ? ਉਹ ਤਾਂ ਸਿੱਖਿਆ ਦੇਣ ਵਾਲੇ ਤੇ ਗੱਲ ਪੈਂਦਾ। ਤੇ ਉਹਨੂੰ ਕਿਵੇਂ ਸਿੱਖਿਆ ਦਿੱਤੀ ਜਾਵੇ? ਪਹਿਲਾਂ ਉਹਦਾ ਨਸ਼ਾ ਉਤਾਰਿਆ ਜਾਵੇ, ਫਿਰ ਉਹਦੇ ਨਾਲ ਸਿੱਖਿਆ ਦੀ ਗੱਲ ਕੀਤੀ ਜਾਵੇ। ਪਹਿਲਾਂ ਉਹਦਾ ਨਸ਼ਾ ਉਤਾਰਿਆ ਜਾਵੇ ਵੀ ਇਸ ਵਕਤ ਨਸ਼ੇ 'ਚ ਹੈ, ਇਹਦੇ ਨਾਲ ਹੋਰ ਕੋਈ ਗੱਲ ਨਹੀਂ ਕਰਨੀ। ਇਹਨੂੰ ਕਹਿ ਦਿਓ ਭਾਈ ਟਿਕ ਜਾ, ਸੌਂ ਜਾ, ਕਿਸੇ ਤਰੀਕੇ ਨਾਲ ਟਿਕ ਜਾਵੇ ਕੁਝ ਦੇਰ ਵਾਸਤੇ, ਇਹਦਾ ਨਸ਼ਾ ਉਤਰ ਜਾਵੇ, ਫਿਰ ਇਹਦੇ ਨਾਲ ਗੱਲ ਕਰਾਂਗੇ। ਨਸ਼ਾ ਕਿਵੇਂ ਉਤਰਦਾ? ਹੰਕਾਰੀ ਕੀ ਹੁੰਦਾ? ਹੰਕਾਰ ਇੱਕ ਨਸ਼ਾ ਹੈ। ਵਿਰੋਧ ਨਾਮ ਦਾ ਕਰਨਾ ਕੋਈ ਸੌਖੀ ਗੱਲ ਨਹੀਂ। ਨਾਮ ਪਰਮੇਸ਼ਰ ਦਾ ਹੁਕਮ ਹੈ। ਪਰਮੇਸ਼ਰ ਦੇ ਹੁਕਮ ਦਾ ਵਿਰੋਧ ਕਰਨਾ ਕਿਤੇ ਸੌਖੀ ਜੀ ਗੱਲ ਨਹੀਂ। ਕਿ ਰਾਜੇ ਦੇ ਹੁਕਮ ਦਾ ਵਿਰੋਧ ਕਰਨ ਲੱਗਿਆ 100 ਵਾਰ ਸੋਚਦਾ। ਇੱਕ ਅਦਾਲਤ ਦੇ ਹੁਕਮ ਦਾ ਵਿਰੋਧ ਕਰਨ ਲੱਗਿਆ 100 ਵਾਰ ਸੋਚਦਾ। ਥਾਣੇਦਾਰ ਥਾਣੇ ਬੁਲਾ ਲਵੇ, ਨਾ ਜਾਣ ਨੂੰ ਜਦੇ ਕਹਿੰਦਾ ਵੀ ਇੱਥੇ ਪੁਲਿਸ ਆ ਜੂਗੀ ਫੜਨ, ਬੇਇੱਜ਼ਤੀ ਹੋਊਗੀ। ਹੁਕਮ ਪਰਮੇਸ਼ਰ ਦਾ ਵਿਰੋਧ ਹੈ। ਸਭ ਤੋਂ ਬੜੀ ਅਵੱਗਿਆ ਦੁਨੀਆ 'ਚ ਨਾਮ ਦਾ ਵਿਰੋਧ ਕਰਨਾ, ਕਿਉਂਕਿ ਉਹ ਛੇਤੀ ਦੇ ਕੇ ਇਹਦਾ, ਜਿਵੇਂ ਕਹਾਵਤ ਹੈ ਵੀ ਰੱਬ ਕਿਹੜਾ ਕੁੱਤਾ ਜਿਹੜਾ ਲੱਤ ਵੱਢ ਖਾਊ ਛੇਤੀ ਦੇ ਕੇ। ਕਿਉਂਕਿ ਛੇਤੀ ਐਕਸ਼ਨ ਨਹੀਂ ਨਾ ਹੁੰਦਾ ਸਰਕਾਰ ਦਾ। ਇੱਥੇ ਆ ਕੇ ਛੇਤੀ ਐਕਸ਼ਨ ਹੋ ਜਾਂਦਾ। ਜੇ ਛੇਤੀ ਐਕਸ਼ਨ ਹੋਵੇ ਤਾਂ ਲੋਕ ਡਰਨ। ਐਕਸ਼ਨ ਛੇਤੀ ਹੈ ਨਹੀਂ, ਕੋਈ ਡਰਦਾ ਹੈ ਨਹੀਂ। ਇਹਦਾ ਕੀ ਇਲਾਜ ਹੈ? ਫਿਰ ਇਹਦਾ ਇਲਾਜ ਦੱਸਿਆ, ਗੁਣ ਗਾਵਤ ਤੇਰੀ ਉੱਤਰ ਸਮੈਲ। ਜੇ ਪਰਮੇਸ਼ਰ ਦਾ ਗੁਣ ਗਾਇਨ ਕਰੇ, ਉਹਦੀ ਵਡਿਆਈ ਕਰੇ, ਉਹਨੂੰ ਵੱਡਾ ਮੰਨੇ, ਤਾਂ ਤੇਰਾ ਜਿਹੜਾ ਹਉਮੈ ਦਾ ਨਸ਼ਾ ਉਤਰ ਜਾਵੇ। ਹਉਮੈ ਵਾਲਾ ਆਦਮੀ ਆਪ ਤੋਂ ਸਭ ਨੂੰ ਛੋਟਾ ਮੰਨਦਾ ਹੈ, ਆਪ ਨੂੰ ਸਭ ਤੋਂ ਵੱਡਾ ਮੰਨਦਾ ਹੈ। ਹਉਮੈ ਦਾ ਮਤਲਬ ਇਹ ਹੁੰਦਾ ਵੀ ਜੋ ਮੈਂ ਆ, ਐਸਾ ਕੋਈ ਨਹੀਂ। ਇਹ ਆ ਜੋ ਪਰਮਾਤਮਾ ਹੈ ਉਹੀ ਮੈਂ ਆ, ਇਹ ਵੀ ਹਉਮੈ ਹੀ। ਇਹ ਹਉਮੈ ਕ੍ਰੀਏਟ ਕੀਤੀ ਹੈ ਗੀਤਾ ਨੇ। ਇਹੀ ਗਲਤੀ ਸੀ ਉੱਥੇ। ਤੋਹਮ ਸੋਮ ਦਾ ਅਰਥ ਇਹ ਕਰਤਾ, ਜੋ ਤੂੰ ਹੈ ਉਹ ਮੈਂ ਹਾਂ, ਤਾਂ ਬਰਾਬਰੀ ਹੋ ਗਈ। ਇਹ ਤਾਂ ਖਸਮਾ ਕਰੇ ਬਰਾਬਰੀ ਹੋ ਗਈ। ਇਸੇ ਪੁਆਇੰਟ ਤੇ ਜਵੱਦੀ ਕਲਾਂ ਦੇ ਵਿੱਚੋਂ ਜਿਹੜੀ ਸੀ ਨਾ ਆਪਣੇ ਬੀਬੀ ਉੱਥੇ ਵਾਲੀ, ਦਿੱਲੀ ਵਾਲੀ, ਉਹਦਾ ਮੈਂ ਵਿਰੋਧ ਕੀਤਾ ਸੀ। ਇਹ ਹਿੰਦੂ ਮਤ ਹੈ, ਇਹ ਤਾਂ ਗੀਤਾ 'ਚ ਲਿਖਿਆ ਹੋਇਆ। ਗੀਤਾ ਦਾ ਸਾਡੇ ਨਾਲ ਕੀ ਸੰਬੰਧ? ਕਾਫੀ ਵਿਰੋਧ ਕੀਤਾ ਸਾਰੇ ਵਿਦਵਾਨਾਂ ਨੇ ਮੇਰਾ। ਆਖਰ ਉਹਦਾ ਚੇਅਰਪਰਸਨ ਸੀ, ਉਹਨੇ ਕਿਹਾ, ਜਿਹੜਾ ਜਸਵੀਰ ਸਿੰਘ ਸੀ ਆਲੂ ਵਾਲੀਆ, ਇੱਥੇ ਬੈਠਾ ਸੀ, ਉਹਨੇ ਕਿਹਾ, ਚੇਅਰਪਰਸਨ ਵੀ ਰਹਿੰਦਾ ਸੀ ਉਹ, ਉਦੋਂ ਨਹੀਂ ਸੀ ਚੇਅਰਪਰਸਨ ਉਸ ਵੇਲੇ, ਬਈ ਤੁਸੀਂ ਜਿਹੜੀ ਗੱਲ ਇਹ ਕਹਿ ਰਹੇ ਨੇ ਕਿਉਂ ਨਹੀਂ ਸਮਝ ਰਹੇ? ਕਿਹਾ ਹੋਊ ਕ੍ਰਿਸ਼ਨ ਨੇ ਇਹ ਗੱਲ, ਸਾਡਾ ਕ੍ਰਿਸ਼ਨ ਨਾਲ ਕੀ ਮਤਲਬ? ਇਹ ਵੀ ਕਹਿ ਰਹੇ ਨੇ, ਪਰ ਕਿਹੜੇ ਗੁਰੂ ਨੇ ਕਿਹਾ ਮੈਂ ਰੱਬ ਹਾਂ? ਸਾਡੇ ਨੇ, ਸਾਡਾ ਸੰਬੰਧ ਸਾਡਿਆਂ ਨਾਲ ਹੈ। ਨਾਨਕ ਨੇ ਕਿਹਾ ਮੈਂ ਰੱਬ ਹਾਂ, ਕਿਸੇ ਭਗਤ ਨੇ ਕਿਹਾ ਮੈਂ ਰੱਬ ਹਾਂ। ਉਹ ਤਾਂ ਕਹਿੰਦੇ ਨੇ ਮੈਂ ਦਾਸ ਹਾਂ ਤੇਰਾ। ਤਾਂ ਇਹ ਠੰਡੇ ਹੋਏ।
ਗੀਤਾ ਨੇ ਸਭ ਤੋਂ ਬੜਾ ਗਲਤ ਗੱਲ, ਸਭ ਤੋਂ ਬੜੀ ਗਲਤ ਗੱਲ ਇਹ ਕਹੀ ਹੈ ਕਿ ਤੋਹਮ ਸੋਹਮ ਦੇ ਅਰਥ ਕੀਤੇ ਨੇ ਕਿ ਤੂੰ ਜੋ ਹੈ ਉਹੀ ਮੈਂ ਹਾਂ। ਜੇ ਤੂੰ ਸਮੁੰਦਰ ਹੈ ਤਾਂ ਮੈਂ ਵੀ ਸਮੁੰਦਰ ਹਾਂ, ਤੇ ਸ਼ਰੀਕ ਖੁਦਾ ਹੋ ਗਿਆ। ਫਿਰ ਖਸਮਾ ਕਰੇ ਬਰਾਬਰੀ ਵਾਲੀ ਉਹਦੇ ਚ ਆ ਗਿਆ, ਰੇਂਜ ਚ ਆ ਗਿਆ। ਇਹ ਨਹੀਂ, ਗੁਰਬਾਣੀ ਨਹੀਂ ਸਿੱਖਿਆ ਦਿੰਦੀ। ਉਹ ਕਹਿੰਦੇ ਉਹ ਬੜਾ, ਬੜੇ ਕੀਆਂ ਵਡਿਆਈਆਂ, ਕੁਛ ਕਹਿਣਾ ਵਡਿਆਈ ਵੱਡੇ ਦੀ ਹੋਊਗੀ। ਇਹ ਠੀਕ ਹੈ, ਬੂੰਦ ਵੀ ਪਾਣੀ ਹੈ, ਅਸਲਾ ਉਹਦਾ ਪਾਣੀ ਹੈ, ਸਮੁੰਦਰ ਵੀ ਪਾਣੀ ਹੈ, ਇਹ ਤਾਂ ਠੀਕ ਹੈ, ਪਰ ਬੂੰਦ ਸਮੁੰਦਰ ਨਹੀਂ ਹੁੰਦੀ। ਬੂੰਦ ਵੀ ਪਾਣੀ ਹੈ, ਸਮੁੰਦਰ ਵੀ ਪਾਣੀ ਹੈ, ਠੀਕ ਹੈ। ਸਮੁੰਦਰ ਦੀਆਂ ਬੂੰਦਾਂ ਗਿਣ ਲਾਂਗੇ ਕਿੰਨੀਆਂ ਨੇ, ਉੱਥੇ ਇਕੱਠੀਆਂ ਨੇ ਬੂੰਦਾਂ। ਇਹ ਜਿਹੀਆਂ ਬੂੰਦਾਂ ਤਾਂ ਪਤਾ ਨਹੀਂ ਕਿੰਨੀਆਂ ਨੇ ਉੱਥੇ। ਪਾਣੀ ਹੋਣਾ ਹੋਰ ਗੱਲ ਹੈ, ਸਮੁੰਦਰ ਔਰ ਬੂੰਦ ਦਾ ਫਰਕ ਰਹੂਗਾ ਹੀ ਰਹੂਗਾ। ਬੂੰਦ ਵਿੱਚ ਜਹਾਜ਼ ਤਾਂ ਨਹੀਂ ਨਾ ਚੱਲ ਸਕਦਾ, ਕਿਸ਼ਤੀ ਤਾਂ ਨਹੀਂ ਨਾ ਚੱਲ ਸਕਦੀ, ਬੂੰਦ ਵਿੱਚ ਮੱਛੀਆਂ ਤਾਂ ਨਹੀਂ ਨਾ ਪੈਦਾ ਹੋ ਸਕਦੀਆਂ। ਸਮੁੰਦਰ ਤਾਂ ਸਭ ਕੁਛ ਹੈ। ਫਿਰ ਇਹ ਸਮੁੰਦਰ ਜੋ ਤਾਂ ਪਤਾ ਨਹੀਂ ਕਿੰਨੀਆਂ ਬੂੰਦਾਂ ਪੈਦਾ ਹੁੰਦੀਆਂ ਰਹਿੰਦੀਆਂ ਨੇ, ਪਤਾ ਨਹੀਂ ਕਿੰਨੇ ਕੁ ਦਰਿਆ ਆ ਕੇ ਸਮਾਉਂਦੇ ਰਹਿੰਦੇ ਨੇ। ਬੂੰਦ ਵਿੱਚ ਕੋਈ ਦਰਿਆ ਸਮਾਜੂ, ਬੂੰਦ ਤਾਂ ਆਪ ਸਮਾਊ ਕਿਸੇ 'ਚ। ਇਹ ਆਤਮਾਦਾਰ ਪਰਮੇਸ਼ਰ ਦਾ ਫਰਕ ਹੈ। ਪਰਮਾਤਮਾ ਨਹੀਂ ਲਫ਼ਜ਼ ਆਉਣਾ, ਪਰਮਾਤਮਾ ਦਾ ਫਰਕ ਨਹੀਂ ਅਸੀਂ ਕਹਿ ਸਕਦੇ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪਰਮਾਤਮਾ ਜਿਹੜਾ ਲਫ਼ਜ਼ ਵਰਤਿਆ ਜਾਂਦਾ ਗਲਤ ਵਰਤਿਆ ਜਾਂਦਾ। ਇਸ ਕਰਕੇ ਪਰਮਾਤਮਾ ਲਫ਼ਜ਼ ਬਾਰ-ਬਾਰ ਗੁਰਬਾਣੀ 'ਚ ਆਇਆ ਹੀ ਨਹੀਂ। ਬਹੁਤ ਭੁਲੇਖਾ ਪਾਊ ਲਫ਼ਜ਼ ਹੈ ਪਰਮਾਤਮਾ। ਪਰਮ ਆਤਮਾ ਲਫ਼ਜ਼ ਨਹੀਂ ਆਇਆ, ਪਰਮ ਆਤਮਾ ਆਇਆ ਲਫ਼ਜ਼ ਗੁਰਬਾਣੀ 'ਚ। ਇੱਥੋਂ ਹੀ ਭੁਲੇਖਾ ਪੈਂਦਾ ਲੋਕਾਂ ਨੂੰ। ਆਤਮਾ ਜਦੋਂ ਬਿਲਕੁਲ ਸ਼ੁੱਧ ਹੋ ਜਾਂਦੀ ਹੈ ਨਾ, ਫਿਰ ਇਹ ਪਰਮ ਆਤਮ ਹੈ। ਪਰਮ ਆਤਮ, ਸਰਬ ਸ੍ਰੇਸ਼ਟ ਫਾਰਮ ਆਫ ਆਤਮਾ ਜਦ ਇੱਕ ਹੁੰਦੀ ਹੈ, ਜਦ ਇਹ ਆਪ ਇੱਕ ਹੋ ਜਾਂਦਾ ਨਾ, ਏਕ ਰਹਿਆ ਤਾਂ ਏਕੋ ਜਾਨਾ। ਜਦ ਆਪਣੇ ਆਪ ਇੱਕ ਹੋ ਕੇ ਰਹਿੰਦਾ ਹੈ, ਇਹਦਾ ਅਡੋਲ ਹੋ ਜਾਂਦਾ ਮਨ, ਅਡੋਲ ਥਿਰ ਹੋ ਜਾਂਦਾ ਹੈ। ਥਿਰ ਹੋ ਕੇ ਆਪਣੇ ਘਰ ਬੈਠ ਜਾਂਦਾ ਹੈ। ਥਿਰ ਘਰ ਬੈਸੋ ਹਰ ਜਨ ਪਿਆਰੇ। ਫਿਰ ਇਹ ਪਰਮ ਆਤਮਾ, ਉਦੋਂ ਵੱਡੀ ਫਾਰਮ ਆਤਮਾ ਦੀ, ਉਦੋਂ ਵੱਡੀ ਕੁਆਲਿਟੀ ਆਤਮਾ ਦੀ ਨਹੀਂ ਹੈ ਕਿਤੇ ਕਿਤੇ। ਆਤਮਾ ਹੁੰਦੀ ਇੱਥੇ ਸੰਸਾਰ ਸੱਚਖੰਡ ਵਰਗੀ ਹੈ ਬਸ। ਇਹ ਜੀ ਸੱਚਖੰਡ 'ਚ ਆਤਮਾ ਮਾਨੇ ਹੋਈ ਜੀ। ਇਹ ਅਸ਼ੁੱਧ ਨਹੀਂ ਰਹੀ, ਇਹ ਸ਼ੁੱਧ ਹੋ ਗਈ। ਸਰਬ ਸ੍ਰੇਸ਼ਟ ਫਾਰਮ ਆਫ ਆਤਮਾ ਪਰਮ ਆਤਮ ਹੈ। ਆਖਰੀ ਸਟੇਜ ਹੈ ਪਰਮ। ਜਿਵੇਂ ਪਰਮ ਪੁਰਖ ਹੈ, ਪਰਮ ਜੋਤ ਹੈ, ਇਵੇਂ ਪਰਮ ਆਤਮ ਹੈ। ਪਰਮ ਜੋਤ ਸਿਉ ਪਰਚਾ ਪਾਵਾ। ਨਾਮ न जानिया राम का मूड़े फिर पाछे पछताए। राम का नाम जानना सी, राम का नाम जानना सी। राम की है ये जानना सी। असी तो दशरथ के मुंडे नूं राम मन्नी बैठे हैं। जे असली राम नूं जान लेंदे, दशरथ का मुंडा राम वो राम नहीं है ਜਿਹੜਾ ਰਾਮ ਸਾਨੂੰ ਚਾਹੀਦਾ, ਜਿਹੜਾ ਸਾਰਿਆਂ 'ਚ ਰਮਿਆ ਹੋਇਆ। ਇੱਕ ਪਾਸੇ ਤਾਂ ਕਹਿੰਦੇ ਰਾਮ ਉਹ ਜਿਹੜਾ ਰਮਿਆ ਹੋਇਆ ਸਾਰਿਆਂ 'ਚ, ਇਹ ਅਜੀ 'ਚ ਸਾਰਿਆਂ ਨੇ ਸਮਾਉਣਾ ਜਾ ਕੇ। ਇਹ ਜਿਹੜਾ ਸਾਰਿਆਂ ਦੇ ਵਿੱਚ ਹੈ। ਇੱਕ ਪਾਸੇ ਕਹਿੰਦੇ ਦਸ਼ਰਥ ਦਾ ਮੁੰਡਾ ਰਾਮ ਹੈ। ਦੋ ਗੱਲਾਂ ਕਿਵੇਂ ਹੋ ਸਕਦੀਆਂ ਨੇ? ਇੱਕ ਪਾਸੇ ਕਹਿੰਦੇ ਰਾਮ ਜੰਮਦਾ ਨਹੀਂ ਔਰ ਮਰਦਾ ਨਹੀਂ।
ਦੂਜੇ ਪਾਸੇ ਉਹ ਰਾਮ ਜੰਮਿਆ ਵੀ ਹੈ, ਮਰਿਆ ਵੀ ਹੈ। ਇੱਕ ਪਾਸੇ ਕਹਿੰਦੇ ਉਹਦਾ ਮਾਂ ਪਿਓ ਨਹੀਂ ਹੁੰਦਾ, ਉਹਦਾ ਮਾਂ ਵੀ ਹੈ, ਪਿਓ ਵੀ ਹੈ। ਸਭ ਕੁਛ ਛਿੱਕੇ ਟੰਗ ਦਿੱਤਾ, ਰਾਮ ਨੂੰ ਭਗਵਾਨ ਬਣਾਤਾ, ਰੱਬ ਬਣਾਤਾ, ਸਭ ਕੁਛ। ਜਦੋਂ ਇਹ ਲੋਕ ਛਿੱਕੇ ਟੰਗਦੇ ਹੁੰਦੇ ਨੇ, ਉਹ ਜਿਹਾ ਹੀ ਕੁਛ ਅਸੀਂ ਕੀਤਾ ਹੋਇਆ, ਫਰਕ ਸਾਡੇ 'ਚ ਵੀ ਕੋਈ ਨਹੀਂ ਹੈ ਇਸ ਵਕਤ। ਉਹ ਜਿਹਾ ਹੀ ਕੁਛ ਹੈ, ਕਿਉਂਕਿ ਉਹਨਾਂ ਲੋਕਾਂ ਦੇ ਹੱਥ 'ਚ ਆ ਗਈ ਸਿੱਖ ਮਤ, ਜਿਨ੍ਹਾਂ ਨੇ ਉਹ ਕੀਤਾ ਹੋਇਆ ਸੀ। ਸਾਧਾਂ ਦੇ ਹੱਥ 'ਚ ਆ ਗਈ ਗੁਰਦੁਆਰੇ, ਖਾਲਸਾ ਲੜਨ ਲੱਗ ਗਿਆ, ਉਹਨੂੰ ਲੜਾਈ ਤੋਂ ਵੇਲ ਨਹੀਂ ਸੀ। ਉਹ ਉਹਨਾਂ ਨੇ ਆਪਣੇ ਸਾਰੇ ਫਾਰਮੂਲੇ ਫਿੱਟ ਕਰਤੇ ਜਗ੍ਹਾ ਜਗ੍ਹਾ। ਇਹ ਸਾਡੇ ਕੋਲ ਜਿਹੜੀ ਸਿੱਖੀ ਆਈ ਹੋਈ ਹੈ, ਇਹ ਉਹਨਾਂ ਸਾਧਾਂ ਤੋਂ ਆਈ ਹੋਈ ਹੈ। ਸੰਤ ਲਫ਼ਜ਼ ਗੁਰਬਾਣੀ 'ਚ ਵੀ ਹੈ, ਪਰ ਇਹ ਹਰ ਕਾ ਸੰਤ ਹੈ, ਉਹ ਹਰ ਕੇ ਸੰਤ ਨਹੀਂ ਹੈ। ਹਰ ਕਾ ਸੰਤ ਹੋਰ ਹੁੰਦਾ ਹੈ, ਸੰਤ ਹੋਰ ਹੁੰਦਾ। ਗੁਰਬਾਣੀ 'ਚ ਤਾਂ ਪਤਾ ਦੱਸਿਆ ਹੋਇਆ। ਇਹ ਸੰਤ ਸ਼ਰੀਕ ਹੈ ਖੁਦਾ ਹੁੰਦੇ ਨੇ, ਹਰ ਕਾ ਸੰਤ ਦਾਸ ਹੁੰਦਾ। ਹਰ ਕਾ ਸੰਤ ਹਰ ਕਾ ਹੁੰਦਾ ਹੈ, ਉਹਦਾ ਆਪਣਾ ਤਾਂ ਕੁਛ ਹੁੰਦਾ ਹੀ ਨਹੀਂ। ਇਹ ਸੰਤ ਹੰਕਾਰੀ ਹੁੰਦੇ ਨੇ, ਬਾਣਾ ਬਦਲਿਆ ਸੰਤ ਹੋ ਗਿਆ। ਉਹ ਬਾਣੇ ਨਾਲ ਉਹ ਤਾਂ ਜੰਮਦਾ ਮਰਦਾ ਹੀ ਨਹੀਂ ਸੰਤ। ਅਸਲ ਜਿਹੜਾ ਰਾਮ ਹੈ ਉਹੀ ਸੰਤ ਹੈ। ਸਭਾ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਜਾਂ ਕਬੀਰ ਨੇ ਕਿਹਾ ਸੀ ਪੰਡਤ ਨੂੰ, ਤਾਂ ਉਹਨਾਂ ਵਾਲਾ ਰਾਮ ਕੱਟਿਆ ਸੀ। ਪਾਂਡੇ ਨੂੰ ਕਿਹਾ ਸੀ ਜਦ, ਪਾਂਡੇ ਤੁਮਰਾ ਰਾਮਚੰਦਰ, ਉਹ ਤੁਮਰਾ ਰਾਮਚੰਦਰ ਹੈ, ਹਮਰਾ ਨਹੀਂ ਹੈ। ਤਾਂ ਇੱਕ ਰਾਮ ਸਾਡਾ ਹੈ, ਗੁਰਮੁਖਾਂ ਵਾਲਾ, ਉਹ ਕਬੀਰ ਵਾਲਾ, ਨਾਮਦੇਵ ਵਾਲਾ, ਨਾਨਕ ਵਾਲਾ, ਸਾਰੇ ਭਗਤਾਂ ਵਾਲਾ, ਸਿੱਖਾਂ ਵਾਲਾ ਵੀ ਉਹੀ ਹੈ, ਸਾਡਾ ਵੀ ਉਹੀ ਹੈ। ਤੇ ਇੱਕ ਹੈਗਾ ਮਨਮੁਖਾਂ ਵਾਲਾ। ਦਸਮ ਪਾਤਸ਼ਾਹ ਨੇ ਕਿਹਾ, ਜੋ ਕਹੋ ਰਾਮ ਅਜੋਨ ਅਜੈ ਹੈ। ਜੋ ਤੁਸੀਂ ਇਹ ਕਹਿੰਦੇ ਹੋ ਕਿ ਰਾਮ ਅਜੋਨੀ ਹੈ ਔਰ ਅਜੈ ਹੈ, ਨਹੀਂ ਜਿੱਤਿਆ ਜਾ ਸਕਦਾ। ਕਾਹੇ ਕੋ ਕੌਸ਼ਲ ਕੁੱਖ ਜਿਉ ਜੂ, ਫਿਰ ਕੁਸ਼ਲਿਆ ਦੀ ਕੁੱਖ ਚੋਂ ਜਨਮ ਨਹੀਂ ਲਿਆ। ਕੀ ਲੋੜ ਸੀ ਉਹਨੂੰ ਕੁਸ਼ਲਿਆ ਦੀ ਕੁੱਖ ਜਾਣ ਦੀ, ਜਿਉ ਜੂ ਨਹੀਂ ਸੀ। ਕਿੱਡੀ ਵੱਡੀ ਗੱਲ ਕਹੀ ਹੈ। ਜਿਹੜੇ ਦਸਮ ਗ੍ਰੰਥ ਨੂੰ ਅਸੀਂ ਕਹਿੰਦੇ ਨਾ ਪੰਡਤ ਦਾ ਲਿਖਿਆ ਹੈ, ਉਹ ਪੰਡਤ ਦਾ ਗੱਲ ਲਿਖ ਦੂ। ਪੰਡਤ ਦੀ ਤਾਂ ਸਾਰੀ ਉਹਦੇ ਖਿਲਾਫ ਹੈ ਉਹ ਗੱਲ। ਦਸਮ ਗ੍ਰੰਥ ਤਾਂ ਸਾਰਾ ਹੀ ਪੰਡਤ ਦੇ ਖਿਲਾਫ ਹੈ। ਉਹ ਰਾਮ ਰਾਮ ਨਹੀਂ ਹੈ। ਹੁਣ ਰਾਮ ਦਾ ਨਾਮ ਕੀ ਹੋਇਆ? ਅਸਲ ਦੇ ਵਿੱਚ ਰਾਮ ਜਿਹੜਾ ਹੈਗਾ, ਅੰਤਰ ਆਤਮਾ ਦਾ ਨਾਮ ਰਾਮ ਹੈ। ਇੱਕ ਲਫ਼ਜ਼ ਜਿਹੜਾ ਨਹੀਂ ਹੈ ਬਾਕੀ ਮਤਾਂ ਵਿੱਚ, ਬਾਕੀ ਧਰਮ ਗ੍ਰੰਥਾਂ ਵਿੱਚ, ਉਹ ਪ੍ਰਾਤਮਾ ਲਫ਼ਜ਼ ਹੈ। ਆਤਮਾ ਤਾਂ ਹੈ ਸਾਰੇ, ਪ੍ਰਾਤਮਾ ਨਹੀਂ ਹੈ। ਪ੍ਰਾਤਮਾ ਆਤਮਾ ਤੋਂ ਗਾਂਹ ਪਿੱਛੇ ਪਰੇ। ਜਿਹਦੇ ਬਾਰੇ ਆਤਮਾ ਨੂੰ ਗਿਆਨ ਨਹੀਂ, ਉਹ ਪ੍ਰਾਤਮਾ ਹੈ। ਆਤਮਾ ਦਾ ਮੂਲ, ਜਿਹ ਚੋਂ ਆਤਮਾ ਦੀ ਹੋਂਦ ਹੈ, ਉਸੇ ਨੂੰ ਆਤਮਾ ਨੇ ਆਪਣਾ ਪਿਓ ਕਹਿਣਾ। ਉਸੇ ਨੂੰ ਕਹੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਉਸੇ ਨੂੰ ਕਹੇ ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ। ਬਾਣੀ ਸਾਰੀ ਉਹਨੂੰ ਸੰਬੋਧਨ ਕੀਤੀ। ਪਰਮੇਸ਼ਰ ਨੂੰ ਬਾਣੀ ਸੰਬੋਧਨ ਨਹੀਂ ਹੈ ਪਹਿਲੀ ਸਟੇਜ ਵਿੱਚ। ਜਦ ਮਨ ਬੁੱਧੀ ਜੋ ਸੰਬੋਧਨ ਕਰਦੇ ਨੇ ਬਾਣੀ ਨੂੰ, ਜਿੱਥੇ ਤੱਕ ਉੱਥੇ ਤੱਕ ਆਪਣੇ ਮੂਲ ਨੂੰ ਸੰਬੋਧਨ ਕਰਦੇ ਨੇ। ਜੋਤ ਦੀ ਹੋਂਦ, ਮਨ ਜੋਤ ਸਰੂਪ ਹੈ। ਮਨ ਦੀ ਹੋਂਦ ਆਪਣੇ ਮੂਲ ਚੋਂ ਹੈ। ਉਹ ਮੂਲ ਹੈ ਪ੍ਰਾਤਮ, ਜਿਹਨੂੰ ਅਸੀਂ ਚਿੱਤ ਵੀ ਕਹਿ ਦਿੰਦੇ ਹਾਂ। ਉੱਥੇ ਰਹਿ, ਉਹ ਅੰਦਰ ਹੈ, ਬਾਹਰ ਨਹੀਂ ਹੈ। ਉਹ ਅਲਿਪਤ ਵੀ ਹੈ, ਮਾਇਆ 'ਚ ਲਿਪਤ ਨਹੀਂ ਹੈ। ਮਨ ਮਾਇਆ 'ਚ ਲਿਪਤ ਹੈ, ਉਹ ਨਹੀਂ ਲੱਗਦਾ। ਮਨ ਮਾਇਆ ਵਿੱਚ ਫਸ ਰਹੇ ਹੋ, ਫਸਿਆ ਮਨ ਮਾਇਆ 'ਚ। ਫਸਿਆ ਕਾਹਦੇ ਨਾਲ ਹੈ?
ਅੱਖਾਂ ਕਰਕੇ ਫਸ ਗਿਆ। ਇਹਨੂੰ ਮਾਇਆ ਦੀਂਦੀ ਹੈ, ਅੱਖਾਂ ਨੇ ਨਾ, ਮਾਇਆ ਦੀਂਦੀ ਹੈ, ਮੋਹ ਪੈਦਾ ਹੋ ਗਿਆ। ਜੀਭ ਕਰਕੇ ਫਸ ਗਿਆ, ਟੇਸਟ ਹੈਗਾ ਨਾ, ਸਵਾਦ ਹੈਗਾ। ਚਮੜੀ ਕਰਕੇ ਫਸ ਗਿਆ, ਤੱਤੇ ਠੰਡੇ ਦਾ ਸਪਰਸ਼ ਹੈਗਾ। ਜਿਹੜੇ ਗਿਆਨ ਅੰਦਰ ਤੇ ਫਸਾਇਆ ਉਹਨਾਂ ਨਹੀਂ ਹੈ, ਗਿਆਨ ਅੰਦਰਿਆ ਨਹੀਂ। ਜੇ ਗਿਆਨ ਅੰਦਰਿਆ ਨਾ ਹੁੰਦਾ ਤਾਂ ਫਸਦਾ ਨਹੀਂ ਸੀ। ਇਹ ਗਿਆਨ ਅੰਦਰੇ ਉਲਟਾ ਅਸਰ ਵੀ ਕਰਦੇ ਨੇ। ਜਿਹੜੀ ਚੀਜ਼ ਦਾ ਕੋਈ ਫਾਇਦਾ ਹੁੰਦਾ, ਸੁੱਖ ਹੁੰਦਾ, ਉਹਦਾ ਦੁੱਖ ਵੀ ਹੁੰਦਾ। ਜੇ ਕਿਸੇ ਨੇ ਸਕੂਟਰ ਰੱਖਿਆ ਸੁੱਖ ਵਾਸਤੇ ਤਾਂ ਤੇਲ ਵੀ ਉਸ ਨੂੰ ਪਾਉਣਾ ਪੈਣਾ, ਖਰਚ ਵੀ ਉਹਦੇ ਤੇ ਹੀ ਹੈ। ਹਰ ਚੀਜ਼ ਦਾ ਜਿਹਦਾ ਸੁੱਖ ਹੈ ਤੇ ਉਹਦਾ ਦੁੱਖ ਵੀ ਹੈ। ਗਿਆਨ ਇੰਦਰਿਆ ਨੇ ਆਪਣਾ ਉਲਟਾ ਰਿਐਕਸ਼ਨ ਵੀ ਕੀਤਾ। ਜੇ ਸਿੱਧਾ ਕੀਤਾ ਹੈ, ਜੇ ਇਹਨਾਂ ਦਾ ਲਾਭ ਸੀ ਤਾਂ ਇਹਨਾਂ ਦੀ ਹਾਨੀ ਸੀ। ਹਾਨੀ ਤੋਂ ਬਚਣਾ, ਲਾਭ ਖੱਟਣਾ, ਬਸ ਇਹ ਗੁਰਬਾਣੀ ਨੇ ਇਹ ਕਿਹਾ, ਸਾਨੂੰ ਸਮਝਾਇਆ। ਇਹ ਹਾਨੀ ਨਾ ਕਰ ਜਾਣ ਸਾਨੂੰ। ਐਕਸ਼ਨ ਤਾਂ ਇਹਨਾਂ ਦਾ ਚਾਹੀਦਾ, ਰਿਐਕਸ਼ਨ ਨਹੀਂ ਚਾਹੀਦਾ ਸਾਨੂੰ। ਇਹਨਾਂ ਦਾ ਮਨ ਦੇ ਉੱਤੇ ਰਿਐਕਸ਼ਨ ਹੋਇਆ ਹੋਇਆ, ਰਿਐਕਸ਼ਨ ਨਹੀਂ ਹੋਣ ਦੇਣਾ। ਆਰਾ ਚੱਲਦਾ ਹੈ, ਮਿਸਤਰੀ ਲੱਕੜੀ ਚੀਰਦਾ ਹੈ, ਲੱਕੜੀ ਚੀਰਨੀ, ਅੰਗੂਠਾ ਨਹੀਂ ਵਢਾਉਣਾ, ਉਂਗਲਾਂ ਨਹੀਂ ਵਢਾਉਣੀਆਂ, ਉਂਗਲਾਂ ਬਚਾ ਕੇ ਰੱਖਣੀਆਂ। ਇਹੀ ਮਾਸਟਰੀ ਹੈ। ਹਰ ਕੋਈ ਕੱਦ ਨਹੀਂ ਖੜਦਾ ਹਾਰੇ ਤੇ ਜਾ ਕੇ, ਹੱਥ ਵੱਢਿਆ ਜਾਊਗਾ। ਗੁਰਬਾਣੀ ਸਿੱਖ ਨੂੰ ਇਹ ਮਾਸਟਰੀ ਸਿਖਾਉਂਦੀ ਹੈ। ਦੁਨੀਆ 'ਚ ਰਹਿ ਕੇ, ਮਾਇਆ ਦੇ ਵਿੱਚ ਰਹਿ ਕੇ, ਮਾਇਆ ਤੋਂ ਉਦਾਸੀ ਕਿਵੇਂ ਰਹਿਣਾ। ਤੇ ਆਰੀ ਚਲਾਉਣੀ ਹੈ, ਉਂਗਲ ਕਿਵੇਂ ਬਚਾਉਣੀ ਹੈ, ਤੇ ਹੱਥ ਕਿਵੇਂ ਬਚਾਉਣਾ। ਤੇ ਲੱਕੜ ਵੱਢਣੀ ਹੈ, ਲੱਕੜ ਚੀਰਨੀ ਹੈ, ਪਰ ਹੱਥ ਨਹੀਂ ਚੀਰਨਾ। ਬਸ ਜਿਹੜੇ ਅਗਿਆਨੀ ਨੇ ਹੱਥ ਚਰਾ ਲੈਂਦੇ ਨੇ, ਜਿਹੜੇ ਗਿਆਨੀ ਨੇ ਉਹ ਸਭ ਕੁਝ ਚੀਰ ਦਿੰਦੇ ਨੇ। ਹੱਥ ਉਹਨਾਂ ਦੇ ਸਬੂਤ ਹੁੰਦੇ ਨੇ, ਹੱਥ ਤੇ ਆਉਣ ਨਹੀਂ ਦਿੰਦੇ। ਮਾਇਆ ਵਿੱਚ ਉਦਾਸੀ ਕਿਵੇਂ ਰਹਿਣਾ, ਮਾਇਆ 'ਚ ਰਹਿੰਦੇ ਹੋਏ ਮਾਇਆ ਤੋਂ ਉਦਾਸੀ ਕਿਵੇਂ ਰਹਿਣਾ, ਇਹ ਗੁਰਮੁਖ ਜਾਣਦਾ, ਵਿਦਵਾਨ ਨਹੀਂ ਜਾਣਦਾ। ਬਾਣੀ ਪੜ੍ਹਨ ਵਾਲਾ ਨਹੀਂ ਜਾਣ ਸਕਦਾ, ਵਿਦਵਾਨ ਉਹ ਨਹੀਂ ਜਾਣ ਸਕਦਾ। ਅਸੀਂ ਕੋਲ ਖੜੇ ਰਹੀਏ ਸਾਰਾ ਦਿਨ, ਆਰੀ ਚਲਾਉਂਦੇ ਨੂੰ ਦੇਖਦੇ ਰਹੀਏ, ਪਰ ਆਰੀ ਨਹੀਂ ਚਲਾ ਸਕਦੇ। ਚਲਾਉਣ ਤੋਂ ਡਰਾਂਗੇ। ਬਰਾਬਰ ਬੈਠਾ ਰਹਿੰਦਾ ਮਾਲਕ ਡਰਾਈਵਰ ਦੇ ਗੱਡੀ 'ਚ, ਸਾਰੀ ਜ਼ਿੰਦਗੀ ਗੱਡੀ ਨਹੀਂ ਪਰ ਚਲਾਉਂਦਾ। ਉਹ ਕਹਿੰਦਾ ਗਾਂਹ ਕਰ ਦਿਓ ਗੱਡੀ ਨੂੰ, ਕਹਿੰਦਾ ਡਰਾਈਵਰ ਆਉਣ ਵਾਲਾ। ਸਾਰੀ ਉਮਰ ਦੇਖਦਾ ਗੱਡੀ ਚਲਾਉਂਦੇ ਨੂੰ, ਤਾਂ ਆਪ ਨਹੀਂ ਨਾ ਚਲਾਈ। ਜਿਵੇਂ ਡਰਾਈਵਰ ਐਕਸਪਰਟ ਹੈ, ਦੇਖਣ ਵਾਲਾ ਮਾਲਕ ਐਕਸਪਰਟ ਨਹੀਂ ਹੈ। ਬਾਣੀ ਪੜ੍ਹਨ ਵਾਲੇ ਐਕਸਪਰਟ ਨਹੀਂ ਹੋ ਸਕਦੇ, ਕਿ ਉਹ ਬਾਣੀ ਨਾਲ ਹੰਡੇ ਨਹੀਂ। ਡਰਾਈਵਰ ਹੰਡਦਾ ਗੱਡੀ ਦੇ ਨਾਲ, ਚਲਾਉਂਦਾ ਨਾ। ਜਿਹੜੇ ਪੜ੍ਹਦੇ ਨੇ ਉਹ ਦੇਖਦੇ ਨੇ, ਸਿਰਫ ਵਰਤਦੇ ਨਹੀਂ। ਉਹ ਬਾਣੀ ਨਾਲ ਵਰਤਦਾ, ਉਹ ਡਰਾਈਵਰ ਗੱਡੀ ਨਾਲ ਵਰਤਦਾ, ਉਹ ਵਰਤਦੇ ਨੂੰ ਦੇਖਦਾ। ਦੇਖਣ ਵਾਲਾ ਕੁਝ ਨਹੀਂ ਦੇਖਦਾ, ਪ੍ਰੈਕਟੀਕਲ ਨਹੀਂ ਹੈ। ਬਾਣੀ ਨਾਲ ਪ੍ਰੈਕਟੀਕਲ ਹੁੰਦਾ ਉਹ ਜਿਹੜਾ ਬਾਣੀ ਨੂੰ ਮੰਨੇ ਤੇ ਪ੍ਰੈਕਟੀਕਲ ਹੈ। ਨਹੀਂ ਤਾਂ ਪੜ੍ਹੇ ਸੁਣੇ ਕਿਆ ਹੋਈ, ਦੋਏ ਘਟਦੀਆਂ। ਪ੍ਰਚਾਰ ਹੈ ਵੀ ਬਾਣੀ ਸੁਣਿਆ ਕਰੋ ਭਾਈ, ਪੜ੍ਹਿਆ ਕਰੋ ਭਾਈ। ਬਾਣੀ ਕਹਿੰਦੇ ਪੜ੍ਹੇ ਸੁਣੇ ਕਿਆ ਹੋਈ। ਇਹਦਾ ਮਤਲਬ ਇਹ ਨਹੀਂ ਹੈ ਪੜ੍ਹਨਾ ਸੁਣਨਾ ਨਹੀਂ ਹੈ। ਇਹਦਾ ਮਤਲਬ ਇਹ ਨਹੀਂ ਲੈ ਲੈਣਾ ਕਿ ਪੜ੍ਹਨਾ ਸੁਣਨਾ ਨੂੰ ਨਹੀਂ ਹੈ। ਮੈਂ ਪੜ੍ਹਨਾ ਸੁਣਨਾ ਕੁਛ ਨਹੀਂ ਹੋਣ ਵਾਲਾ। ਅਰਥ ਇਹ ਥੋੜ੍ਹੀ ਲੈ ਲੈਣਾ। ਇਹਦਾ ਮਤਲਬ ਇਹ ਹੋ ਜਾਊਗਾ ਕੋਈ ਸੁਣ ਕੇ ਕਹਿ ਦੇ ਲਓ ਜੀ ਉਹ ਤਾਂ ਪੜ੍ਹਨ ਸੁਣਨ ਤੇ ਹਟਾਉਂਦੇ ਨੇ। ਇਹ ਤੋਂ ਕਹਾਂ ਚੱਲੋ। ਗੱਡੀ ਚਲਾਉਣਾ ਦੇਖਦਾ, ਜਿਹਨੂੰ ਸਿਖਾਉਂਦੇ ਨੇ ਡਰਾਈਵਰੀ ਉਹਨੂੰ ਵੀ ਪਹਿਲਾਂ ਦਿਖਾਉਂਦੇ ਹੀ ਨੇ ਨਾਲ, ਪਰ ਉਹਨੂੰ 2-4 ਦਿਨ 'ਚ ਫੜਾਉਣ ਲੱਗ ਜਾਂਦੇ ਨੇ। ਉਹ ਸਾਰੀ ਉਮਰ ਮੇਰੇ ਵਰਗਾ ਬੈਠਾ ਰਹਿੰਦਾ ਬਰਾਬਰ। ਜਿਹੜਾ ਗੱਡੀ ਫੜਦਾ ਨਹੀਂ, ਸਟੀਅਰਿੰਗ ਫੜਦਾ ਨਹੀਂ, ਉਹ ਨਹੀਂ ਸਿੱਖ ਸਕਦਾ। ਪੜ੍ਹੇ ਸੁਣੇ ਕਿਆ ਹੋਈ, ਜਾਂ ਸਹਿਜ ਨਾ ਮਿਲਿਆ ਸੋਈ। ਜੇ ਮਨ 'ਚ ਟਿਕਾਅ ਹੀ ਨਹੀਂ ਆਇਆ ਤੁਹਾਡੇ ਸਾਡੇ,
ਸਹਿਜ ਅਵਸਥਾ ਪ੍ਰਾਪਤ ਨਹੀਂ ਹੋਈ, ਇਹਦਾ ਮਤਲਬ ਅਸੀਂ ਬਾਣੀ ਨਾਲ ਵਰਤੇ ਨਹੀਂ। ਜਾਂ ਵਰਤਦਾ ਹੈ ਨਾ, ਬਾਣੀ ਨਾਲ ਵਾਹ ਪੈਂਦਾ ਹੈ, ਜਾਂ ਬਾਣੀ ਨਾਲ ਵਾਹ ਪੈਂਦਾ ਨਾ, ਫਿਰ ਪਤਾ ਲੱਗਦਾ। ਵਾਹ ਪਿਆ ਜਾਣੀਏ, ਰਾਹ ਪਿਆ ਜਾਣੀ, ਫਿਰ ਪਤਾ ਲੱਗਦਾ ਵਾਹ ਪਿਆ ਮਨ ਮੰਨਦਾ ਕਿ ਨਹੀਂ ਮੰਨਦਾ। ਵਾਹ ਤਾਂ ਕਿਸੇ ਦਾ ਪਿਆ ਹੀ ਨਹੀਂ, ਵਾਹ ਤਾਂ ਜੀਵ ਤੱਕ ਹੀ ਹੈ ਬਸ। ਉਹਨਾਂ ਦਾ ਵੀ ਜੀਵ ਤੱਕ ਦੀ ਰਾਮ ਰਾਮ, ਸਾਡਾ ਵੀ ਜੀਵ ਤੱਕ ਹੈ ਰਾਮ। ਇਹ ਪੜ੍ਹਨਾ ਤਾਂ ਕਿਆ ਪੜ੍ਹੇ ਸੁਣੇ ਕਿਆ ਹੋਈ, ਇਹਦੇ ਨਾਲ ਵਾਹ ਪਾਉਣਾ। ਲੱਜਾਂ ਹੁੰਦੀਆਂ ਸੀ ਅੱਗੇ ਖੂਹਾਂ ਦੇ ਵਿੱਚੋਂ ਕੱਢਦੀਆਂ ਪਾਣੀ, ਆਪਾਂ ਕੱਢਦੇ ਹੁੰਦੇ ਸੀ ਨਾ। ਜੇ ਰੇੜਾ ਨਾ ਲੱਗਿਆ ਹੋਵੇ, ਲੱਜ ਜੀ ਤਾਂ ਖਿੱਚਦੇ ਹੁੰਦੇ ਸੀ, ਤਾਂ ਉਹ ਮਹਿਲ ਘਸ ਜਾਂਦਾ ਸੀ। ਇਹਨਾਂ ਨਾਲ ਡੂੰਘਾ ਲੱਜ ਉਹਨੂੰ ਮਹਿਲ ਨੂੰ ਘਸ ਦਿੰਦੇ ਸੀ। ਮਹਿਲ ਪੱਕਾ ਹੁੰਦਾ, ਇੱਟਾਂ ਹੁੰਦੀਆਂ ਨੇ ਲੱਗੀਆਂ ਹੋਈਆਂ, ਉਹ ਵੀ ਘਸ ਜਾਂਦਾ ਲੱਜ ਨਾਲ, ਘਸ ਜਾਂਦਾ ਨਾ। ਤੇ ਮਾਨਾ ਪੱਥਰ ਕੀ ਹੋ ਗਿਆ, ਘਾਸਿਆਂ ਨੂੰ ਪੈ ਜਾਂਦਾ ਜਾਂ ਵਾਹ ਪੈਂਦਾ, ਕਿ ਲੱਜ ਦਾ ਵਾਹ ਪਿਆ ਸੀ ਨਾ ਉਹਦੇ ਨਾਲ। ਪੱਥਰ ਮਾਰੀਏ ਲੱਜ ਵੜ ਦਿੰਦੀ ਹੈ, ਪੱਥਰ ਮਾਰ ਲਓ ਲੱਜ ਇੱਥੇ ਰੱਖ ਲਓ, ਪੱਥਰ ਮਾਰੀ ਜਾਓ ਲੱਜ ਕੱਟ ਜੂਗੀ। ਕੱਟਦੇ ਹੀ ਆ, ਪੱਥਰ ਨੂੰ ਕੁਛ ਨਹੀਂ ਹੁੰਦਾ। ਜਾਂ ਵਾਹ ਪੈਂਦਾ, ਪੱਥਰ ਨੂੰ ਵੀ ਘਾਸ ਪਾ ਦਿੰਦੀ ਹੈ, ਪਰ ਵਾਹ ਪਵੇ ਤਾਂ ਹੈ ਨਾ। ਵਾਹ ਨਹੀਂ ਪਾਇਆ ਸੀ, ਤੇ ਰਾਤ ਆਪ ਹੀ ਬਣ ਜਾਣਾ ਉਹ 'ਚ। ਵਾਹ ਬਹੁਤ ਰਾਹ ਪਊਗਾ ਹੀ ਉੱਥੇ। ਪੜ੍ਹਨ ਸੁਣ ਤੱਕ ਸੀਮਿਤ ਕਰਤਾ, ਪੜ੍ਹਨਾ ਹੀ ਕਾਫੀ ਹੈ। ਨਿਤਨੇਮ ਕਰ ਲਿਆ ਕਰੋ। ਨਿਤਨੇਮ ਤਾਂ ਹੈ ਜੇ ਅੱਜ ਔਰ ਕੱਲ੍ਹ ਦੇ ਵਿੱਚ ਸਾਡਾ ਫਰਕ ਹੋਵੇ। ਬੱਚਾ ਸਕੂਲ ਜਾਂਦਾ ਹੈ, ਰੋਜ਼ ਕੁਛ ਨਾ ਕੁਛ ਗਾਹਾਂ ਵੱਧ ਕੇ ਹੁੰਦਾ ਸਿੱਖ ਕੇ। ਪੜ੍ਹਾਈ ਨਾਲ ਉਹਦਾ ਵਾਹ ਪੈਂਦਾ। ਅੱਜ ਜੋ ਪੜ੍ਹਾਇਆ ਕੱਲ੍ਹ ਨੂੰ ਨਹੀਂ ਪੜ੍ਹਾਉਂਦੇ, ਗਾਹਾਂ ਚੱਲਦਾ। ਇੱਥੇ ਉਹੀ ਚੱਲਦਾ ਬਸ, ਉਹੀ ਕਹਾਣੀਆਂ, ਉਹੀ ਸਾਖੀਆਂ। ਹਰ ਸਾਲ ਉਹੀ ਪੁਰਬ ਮਨਾਉਣੇ, ਉਹੀ ਸਾਖੀ ਸੁਣਾ ਕੇ ਘਰ ਨੂੰ ਉਹ ਚਲੇ ਜਾਂਦੇ ਨੇ ਸੀ, ਘਰ ਨੂੰ ਆ ਜਾਂਦੇ। 45 ਉੱਥੇ ਹੀ ਰਹਿੰਦੇ, 45 ਉੱਥੇ ਹੀ ਆ, ਕੋਈ ਫਰਕ ਨਹੀਂ ਪੈਂਦਾ। ਇਹ ਪੜ੍ਹਾਈ ਨਹੀਂ ਹੈ, ਇਹ ਗੁਰਮਤ ਨਹੀਂ ਸੀ। ਬਾਕੀ ਮੱਤਾਂ ਹੋ ਸਕਦੀਆਂ ਨੇ ਇਹ ਜਿਹੀਆਂ। ਹੁਣ ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਤੇ ਅਸੀਂ ਕੀ ਪਾਇਆ ਹੈ, ਉਹਨਾਂ ਨੂੰ ਛੱਡੀਏ ਹੁਣ ਆਪਾਂ। ਉਹ ਤਾਂ ਉਦੋਂ ਦੀ ਗੱਲ ਸੀ, ਅੱਜ ਅਸੀਂ ਦੇਖੀ ਵੀ ਅਸੀਂ ਕੀ ਪਾਇਆ। ਚਲੋ ਉਹ ਤਾਂ ਰਾਮ ਰਾਮ ਕਰਦੇ ਸੀ, ਗਲਤ ਕਰਦੇ ਸੀ, ਉਹ 'ਚੋਂ ਕੁਛ ਮਿਲਣ ਵਾਲਾ ਵੀ ਨਹੀਂ ਸੀ। ਸਾਡੇ ਕੋਲ ਤਾਂ ਬਹੁਤ ਕੁਛ ਹੈ ਮਿਲਣ ਨੂੰ। ਸਾਡੇ ਕੋਲ ਤਾਂ ਗੁਰਮਤ, ਜਿਹੜੀ ਗੁਰਮਤ ਹੈ, ਇਸ ਮੱਤ ਵਿੱਚ ਰਤਨ ਜਵਾਹਰ ਮਾਣਕ ਅਸੀਂ ਕਿੰਨੇ ਕੁ ਪ੍ਰਾਪਤ ਕੀਤੇ ਨੇ, ਕੀ ਕੱਢਿਆ ਇਹ 'ਚੋਂ। ਇਸ ਮੱਤ ਵਿੱਚ ਤਾਂ ਮਾਣਕ ਰਤਨ ਜਵਾਹਰ, ਮੱਤ ਵਿੱਚ ਰਤਨ ਜਵਾਹਰ ਮਾਣਕ। ਅਸੀਂ ਕੌਡੀਆਂ ਮਗਰ ਤੁਰੇ ਫਿਰਦੇ, ਕੌਡੀਆਂ ਮਗਰ, ਕੌਡੀ ਬਦਲੇ ਜਾਏ ਰਹੇ। ਆਟੇ ਲਾਉਣ ਬਦਲੇ ਹੀ ਜਨਮ ਚਲਿਆ ਗਿਆ। ਰਤਨ ਤਿਆਗ ਕੌਡੀ ਸੰਗ ਰਚਾ। ਕੀ ਲੋੜ ਸੀ ਇਹ ਗੱਲ ਕਹਿਣ ਦੀ? ਕੁਛ ਕਿਹਾ ਸੀ, ਬਹੁਤ ਬੜੀ ਗੱਲ ਸੀ ਇਹ। ਸਾਡੇ ਯਾਦ ਹੈ, ਰੋਜ਼ ਪਾਠ ਕਰ ਜਾਂਦੇ ਹਾਂ, ਅਸਰ ਕੋਈ ਨਹੀਂ, ਵਾਹ ਨਹੀਂ ਨਾ ਪਿਆ। ਨੇੜੇ ਨਹੀਂ ਆਉਣ ਦਿੱਤੀ ਲੱਜ ਮਹਿਲ ਦੇ। ਜੇ ਲੱਜ ਨੂੰ ਨੇੜੇ ਨਾ ਆਉਣ ਦਈਏ ਮਹਿਲ ਦੇ, ਫਿਰ ਘਾਸ ਨਹੀਂ ਪੈਂਦੀ। ਘਾਸ ਜਦ ਪੈਂਦੀ ਹੈ ਉਹਨੂੰ ਮਿਲਾ ਕੇ ਖਿੱਚੀਏ। ਬਾਣੀ ਮਨ ਦੇ ਨਾਲ ਘਿਸੜ ਕੇ ਜਾਵੇ, ਫਿਰ ਅਸਰ ਪਾਵੇ। ਸਾਣ ਜੇ ਲੱਗੂਗੀ, ਚਾਕੂ ਤਲਵਾਰ ਲੱਗੂਗੀ, ਨੇੜੇ ਜਾਊਗੀ ਤਾਂ ਸਾਣ ਉਹਦੀ ਧਾਰ ਕੱਢੂ। ਨੇ ਧਾਰ ਉਹ ਤਾਂ ਪਰੇ ਹੈ, ਸਾਣ ਚੱਲਦੀ ਹੈ, ਅਸੀਂ ਤਲਵਾਰ ਬਾਹਰ ਰੱਖੀਏ 2 ਉਂਗਲ ਦੇ ਫਰਕ ਨਾਲ। ਮਨ ਤਾਂ 2 ਉਂਗਲ ਦੇ ਫਰਕ ਨਾਲ ਹੈ, ਟੱਚ ਕਰਦਾ ਹੀ ਨਹੀਂ ਬਾਣੀ ਨੂੰ।
ਤੇ ਫਿਰ ਉਹਦੇ ਤੇ ਅਸਰ ਕੀ ਹੋਵੇ? ਉਹਦੇ ਜੰਗ ਜਿਉਂਦੀ ਤਿਉਂ ਲੱਗੀ ਹੈ ਮਨ ਨੂੰ, ਕਿਉਂਕਿ ਉਹ ਸਾਣ ਜਿਹੜੀ ਸ਼ਬਦ ਦੀ ਸਾਣ ਹੈ ਉਹਦੇ ਸਪਰਸ਼ 'ਚ ਨਹੀਂ ਆਉਂਦਾ ਮਨ, ਉਹਦੇ ਸਪਰਸ਼ ਵਿੱਚ ਆਵੇ ਉਹਦੀ ਜੰਗ ਲਹੇ, ਚਿੱਟਾ ਨਿਕਲੇ ਵਿੱਚੋਂ, ਚਿੱਟਾ ਨਹੀਂ ਨਿਕਲ ਸਕਦਾ। ਉਹ ਤਾਂ ਮੂੰਹ ਦੇ ਵਿੱਚ ਹੀ ਹੈ ਬਾਣੀ, ਤਾਂ ਥੱਲੇ ਤੇ ਜਾਂਦੀ ਹੋਈ ਨਹੀਂ। ਉਹੀ ਪੋਜੀਸ਼ਨ ਹੈ ਜਿਹੜੀ ਹਿੰਦੂ ਦੀ ਸੀ, ਸੇਮ। ਉਹਨਾਂ ਨੂੰ ਝੂਠ ਵਿੱਚੋਂ ਕੁਝ ਨਹੀਂ ਮਿਲਿਆ, ਅਸੀਂ ਸੱਚ ਵਿੱਚੋਂ ਕੁਝ ਲੈ ਨਹੀਂ ਸਕੇ। ਉਹਨਾਂ ਕੋਲ ਤਾਂ ਥਾਂ ਨਹੀਂ ਹੈ, ਉਹਨਾਂ ਦਾ ਝੂਠ ਚੋਂ ਤਾਂ ਕੁਝ ਮਿਲਣਾ ਵੀ ਹੈ ਨਹੀਂ ਸੀ, ਉਹਦੇ 'ਚ ਕੀ ਮਿਲਣਾ ਸੀ ਝੂਠ 'ਚ? ਉਹਨਾਂ ਕੋਲ ਤਾਂ ਥਾਈ ਵਿਚਾਰਿਆਂ ਕੋਲ ਸੌਦਾ ਇਹੋ ਜਿਹਾ ਜੀ, ਥਾਈ ਕੁਛ ਨਹੀਂ। ਪਰ ਸਾਡੇ ਕੋਲ ਤਾਂ ਸਭ ਕੁਛ ਹੈ, ਅਸੀਂ ਲੈ ਨਹੀਂ ਸਕੇ। ਇਹ ਤਾਂ ਸਾਨੂੰ ਸਿੱਖਿਆ ਗਲਤ ਮਿਲ ਗਈ। ਚਲੋ ਕੀ ਹੋਇਆ ਪਿੱਛੇ, ਕੀ ਨਹੀਂ ਹੋਇਆ, ਜਿਹਦੀ ਡਿਟੇਲ 'ਚ ਨਾ ਜਾਈਏ, ਹੁਣ ਤਾਂ ਲੈ ਸਕਦੇ ਹਾਂ, ਜਦੋਂ ਪਤਾ ਲੱਗ ਜੇ ਉਦੋਂ ਸਹੀ। ਹੁਣ ਕੀ ਸਾਡੇ ਕੋਲ ਹੈ ਤਾਂ ਸਾਨੂੰ ਪਤਾ ਨਾ। ਹੁਣ ਤਾਂ ਸਾਰੇ ਬਾਂ ਕਰਦੇ ਨੇ ਵੀ ਸਿੱਖੀ ਗਈ, ਇਹਨੂੰ ਬਚਾਓ। ਬਚਾਊ ਕੌਣ? ਕੌਣ ਬਚਾਊਗਾ? ਕੋਈ ਆਦਮੀ ਥੱਲੇ ਦਬਿਆ ਹੋਇਆ, ਕੋਈ ਚੀਜ਼ ਗਿਰ ਗਈ, ਰੌਲਾ ਪੈ ਗਿਆ, ਜਿਹੜੇ ਨੇੜੇ ਸਾਰੇ ਭੱਜ ਕੇ ਜਾਓ ਉਹਨੂੰ ਬਚਾਉਣ ਵਾਸਤੇ। ਸਾਰੇ ਸਿੱਖ ਭੱਜ ਕੇ ਆਉਣ ਬਚਾਉਣ ਵਾਸਤੇ ਸਿੱਖੀ ਨੂੰ। ਜਿਹੜੇ ਸੁਣ ਲਿਆ ਜਿਨ੍ਹਾਂ ਨੇ, ਜਿਹੜੇ ਨਹੀਂ ਸੁਣਿਆ ਨਾ ਸਹੀ। ਇਹ ਜਿਹੜੇ ਨਹੀਂ ਬਚਾਉਣਾ ਚਾਹੁੰਦੇ ਉਹ ਨਾ ਸਹੀ। ਇਹ ਜਿਹੜੇ ਰੌਲਾ ਪਾਉਣਾ ਚਾਹੁੰਦੇ ਨੇ ਵੀ ਰੌਲਾ ਆਪਾਂ ਪਾਈ ਜਾਓ, ਬਚਾਉਣ ਵਾਲੇ ਹੋਰ ਆਉਣ, ਉਹ ਨਾ ਆਉਣ, ਨਾ ਆਉਣ, ਉਹ ਰੌਲਾ ਹੀ ਪਾਉਂਦੇ ਰਹਿਣ ਦਿਓ ਉਹਨਾਂ ਨੂੰ। ਚਲੋ ਇੰਨਾ ਹੀ ਸਮਝ ਲਓ ਰੌਲਾ ਹੀ ਪਾਉਂਦੇ ਨੇ, ਕਿਸੇ ਨੂੰ ਆਉਣ ਨੂੰ ਤਾਂ ਰੌਲਾ ਪਾਉਂਦੇ ਹੀ ਨੇ। ਮਿਲਣਾ ਉਹਨਾਂ ਨੂੰ ਹੈ, ਅਸਲ 'ਚ ਸਿੱਖੀ ਕਿਤੇ ਨਹੀਂ ਜਾਂਦੀ ਹੈ, ਨਾ ਇਹਨੂੰ ਬਚਾਉਣ ਦੀ ਲੋੜ ਹੈ। ਅਸੀਂ ਕੀ ਬਚਾਵਾਂਗੇ ਇਹਨੂੰ? ਸਿੱਖੀ ਨੂੰ, ਸਿੱਖੀ ਨੂੰ ਨਹੀਂ ਬਚਾਉਣਾ। ਇਹ ਵੀ ਲਫ਼ਜ਼ ਗਲਤ ਵਰਤਦੇ ਹਾਂ ਅਸੀਂ, ਆਪਣੇ ਆਪ ਨੂੰ ਬਚਾਉਣਾ। ਅਸੀਂ ਬਚਣਾ ਕਿ ਨਹੀਂ ਬਚਣਾ? ਸਿੱਖੀ ਬਚਾਉਣ ਦੀ ਗੱਲ ਬੇਵਕੂਫਾਂ ਦੀ ਗੱਲ ਹੈ, ਜਿਹਨਾਂ ਨੂੰ ਸਿੱਖੀ ਦਾ ਗਿਆਨ ਨਹੀਂ। ਸਿੱਖੀ ਨੂੰ ਤੁਸੀਂ ਕੀ ਬਚਾਓਗੇ? ਸਿੱਖੀ ਪਰਮੇਸ਼ਰ ਦੀ ਹੈ, ਤੁਸੀਂ ਜ਼ਿਆਦਾ ਪਰਮੇਸ਼ਰ ਨਾਲ ਸ਼ਕਤੀਸ਼ਾਲੀ। ਕੌਣ ਇਹਨੂੰ ਖਤਮ ਕਰ ਦਿਓ, ਕੌਣ ਇਹਨੂੰ ਬਚਾਊਗਾ? ਕਿਵੇਂ ਤੁਸੀਂ ਬਚਾ ਲਓਗੇ ਇਹਨੂੰ? ਜੇ ਪਰਮੇਸ਼ਰ ਨਹੀਂ ਬਚਾ ਸਕਿਆ, ਆਪਾਂ ਬਚਾ ਲਾਂਗੇ? ਦਸਮ ਪਾਤਸ਼ਾਹ ਜਿਹਨੂੰ ਕਹਿ ਰਹੇ ਨੇ ਵੀ ਪੰਥ ਚਲਾ, ਉਹਦਾ ਕਹਿੰਦਾ ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਾਹਿਬ। ਤੁਸੀਂ ਕਹਿੰਦੇ ਵੀ ਸਿੱਖੀ ਨੂੰ ਬਚਾਓ, ਆਪਾਂ ਤਕੜੇ ਹੋ ਗਏ। ਮੱਤ ਮਾਰੀ ਹੋਈ ਹੈ, ਬੋਲਣ ਦਾ ਵੀ ਪਤਾ ਨਹੀਂ ਅਸੀਂ ਬੋਲਣਾ ਕੀ ਹੈ। ਕਹੇ ਵੇ ਮਾਹੇ ਵਿਵੇਕ ਹੈ ਨਾ, ਬੋਲਣ 'ਚ ਵਿਵੇਕ ਦਾ ਪਤਾ ਲੱਗ ਜਾਂਦਾ ਨਾ। ਵਿਵੇਕਹੀਨ ਹੈ, ਬੁੱਧੀਵਾਨ ਹੈ, ਉਹਦੇ ਬੋਲਣ ਤੋਂ ਪਤਾ ਲੱਗ ਜਾਂਦਾ। ਜਿਹੜੇ ਬੰਦੇ ਰੌਲਾ ਪਾਉਂਦੇ ਨੇ ਸਿੱਖੀ ਨੂੰ ਬਚਾਓ, ਉਹ ਮਹਾਮੂਰਖ ਨੇ, ਮਹਾਮੂਰਖ। ਸਿੱਖੀ ਤਾਂ ਪਰਮੇਸ਼ਰ ਦੀ ਮੌਜ ਹੈ, ਇਹ ਤਾਂ ਉਹਦੀ ਮੌਜ ਹੈ। ਪ੍ਰਗਟਿਓ ਖਾਲਸਾ ਪਰਮਾਤਮਾ ਕੇ ਮੌਜ, ਇਹ ਤਾਂ ਉਹਦੀ ਮੌਜ ਹੈ। ਸਮੁੰਦਰ 'ਚ ਜਾਂ ਮੌਜ ਉੱਠਦੀ ਹੈ ਨਾ, ਲਹਿਰ, ਮੌਜ ਲਹਿਰ ਨੂੰ ਕਹਿੰਦੇ ਨੇ। ਮੌਜ ਉਰਦੂ ਦਾ ਲਫ਼ਜ਼ ਹੈ, ਜਿਹੜੀ ਲਹਿਰ ਹੈ ਉਹਨੂੰ ਮੌਜ ਕਹਿੰਦੇ ਨੇ। ਜੇ ਉੱਠਦੀ ਹੈ ਲਹਿਰ, ਉਹਨੂੰ ਰੋਕੂ ਕੌਣ? ਸਮੁੰਦਰ ਦੀ ਲਹਿਰ ਨੂੰ ਕੋਈ ਰੋਕਦਾ? ਰੋਕਦੀ ਸਰਕਾਰ ਵੀ ਨਹੀਂ, ਆਪਣਾ ਸਮਾਨ ਕੱਢ ਲੈਂਦੀ ਹੈ ਬਾਹਰ ਜਿਹੜਾ ਨਿਕਲਦਾ ਉਹਨਾਂ ਤੇ। ਬੰਦਿਆਂ ਨੂੰ ਕੱਢ ਲੈਂਦੀ ਹੈ, ਪਹਿਲਾਂ ਕਹਿੰਦੀ ਹੈ ਵੀ ਲਹਿਰਾਂ ਉੱਠਦੀਆਂ ਨੇ, ਦੂਰ ਤੇ ਜਾਣਗੇ ਸੁਨਾਮੀ, ਬਚੋ। ਨਹੀਂ ਲੈ ਜੂ ਵਿੱਚ ਹੜਾ ਕੇ, ਉਹਨੂੰ ਅਸੀਂ ਬਚਾਉਣ ਦੀ ਗੱਲ ਕਰਦੇ। ਇਹ ਤਾਂ ਉਹਦੀ ਮਰਜ਼ੀ ਨਹੀਂ ਹੈ ਜੋ ਪ੍ਰਗਟ ਕਰਦੀ, ਜਾਂ ਉਹਦੀ ਮਰਜ਼ੀ ਹੋਊਗੀ। ਸੱਚ ਆਪਣੀ ਮਰਜ਼ੀ ਨਾਲ ਪ੍ਰਗਟ ਹੋ ਸਕਦਾ ਹੈ ਜਿੱਥੇ ਮਰਜ਼ੀ, ਕਿਉਂਕਿ ਸੱਚ ਤੋਂ ਸ਼ਕਤੀਸ਼ਾਲੀ ਕੋਈ ਚੀਜ਼ ਹੀ ਨਹੀਂ। ਜਾਂ ਸੱਚ ਤੋਂ ਸ਼ਕਤੀਸ਼ਾਲੀ ਉਹਦੀ ਚੀਜ਼ ਹੀ ਨਹੀਂ ਕੋਈ ਹੈ ਸੰਸਾਰ 'ਚ।
ਤੇ ਇਹਨੂੰ ਰੋਕ ਕੌਣ ਦਊ, ਇਹਨੂੰ ਪ੍ਰਗਟ ਕੌਣ ਕਰੂ? ਰੋਕੂ ਕਿਹੜੀ ਸ਼ਕਤੀ ਇਹਨੂੰ? ਨਾ ਕਿਸੇ ਸ਼ਕਤੀ ਨੇ ਇੱਥੇ ਹੀ ਰੋਕੀ ਹੈ, ਨਾ ਰੋਕ ਸਕਦੀ ਹੈ। ਸੱਚ ਨੂੰ ਕੋਈ ਸ਼ਕਤੀ ਨਹੀਂ ਰੋਕ ਸਕਦੀ। ਸ਼ਕਤੀ ਕੀ ਕਰ ਸਕਦੀ ਸੀ? ਬੰਦੇ ਘਟ ਸਕਦੀ ਸੀ ਨਾ। ਸੱਚ ਤਾਂ ਨਹੀਂ ਖਤਮ ਹੋਇਆ। ਨਿਉਆਂ ਦੇ ਵਿੱਚ ਚਿਰਨ ਦਾ ਦਾਬਾ ਹੀ ਦੇ ਸਕਦੀ ਸੀ ਨਾ, ਡਰਾਬਾ ਹੀ ਦੇ ਸਕਦੀ ਸੀ। ਭਗਤ ਪ੍ਰਹਲਾਦ ਨੂੰ ਡਰਾਬਾ, ਸਾਹਿਬਜ਼ਾਦੇ ਨੂੰ ਡਰਾਬਾ, ਚਮਕੌਰ ਦੀ ਗੜੀ 'ਚ ਡਰਾਬਾ ਹੀ ਸੀ ਨਾ। ਡਰਾਬੇ ਤੋਂ ਵੱਧ ਸੰਸਾਰ ਦੀ ਸ਼ਕਤੀ ਕੁਝ ਨਹੀਂ ਕਰ ਸਕਦੀ। ਇਹ ਡਰਾਬੇ ਨੂੰ ਕੀ ਸਮਝਦੇ ਨੇ? ਜਿਹੜਾ ਅਭੈ ਪਦ ਹੈ ਜਿਹਦੇ ਕੋਲ, ਇਹੋ ਜਿਹੇ ਡਰਾਬਿਆਂ ਨੂੰ ਅਭੈ ਪਦ ਵਾਲਿਆਂ ਦੇ ਕੀ ਸਮਝਦੇ? ਸੱਚ ਨੂੰ ਕੋਈ ਖਤਮ ਨਹੀਂ ਕਰ ਸਕਦਾ। ਸੱਚ ਦਾ ਮਤਲਬ ਇਹ ਹੈ ਵੀ ਜਿਹੜੀ ਚੀਜ਼ ਖਤਮ ਨਹੀਂ ਹੁੰਦੀ, ਨਾ ਪੁਰਾਣੀ ਹੁੰਦੀ ਹੈ ਨਾ ਖਤਮ ਹੁੰਦੀ ਹੈ। ਆਪ ਖਤਮ ਹੋਣ ਵਾਲੀ ਚੀਜ਼ ਸੱਚ ਨੂੰ ਕਿਵੇਂ ਖਤਮ ਕਰ ਦੂ? ਖਰਬੂਜਾ ਛੁਰੀ, ਝੂਠ ਖਰਬੂਜਾ, ਛੁਰੀ ਸੱਚ ਹੈ। ਖਰਬੂਜੇ ਨੂੰ ਛੁਰੀ ਤੇ ਮਾਰੋ ਤਾਂ ਖਰਬੂਜਾ ਗਿਆ, ਛੁਰੀ ਨੂੰ ਖਰਬੂਜੇ ਦੇ ਮਾਰੋ ਤਾਂ ਖਰਬੂਜਾ ਗਿਆ। ਦੋਹੀ ਪਾਸੇ ਜਾਣਾ ਤਾਂ ਖਰਬੂਜੇ ਨਹੀਂ ਹੈ। ਜਾਣਾ ਝੂਠ ਨੇ, ਸੱਚ ਦਾ ਕੱਖ ਨਹੀਂ ਵਿਗੜਨਾ। ਇਸ ਕਰਕੇ ਦਸਮ ਪਾਤਸ਼ਾਹ ਕਹਿ ਰਹੇ ਨੇ ਔਰੰਗਜ਼ੇਬ ਨੂੰ ਵੀ ਹਾਰਿਆ ਤੂੰ ਹੈ, ਹਾਰਿਆ ਮੈਂ ਨਹੀਂ। ਸੱਚ ਨਹੀਂ ਹਾਰਦਾ ਹੁੰਦਾ ਕਦੇ। ਮੇਰਾ ਸੱਚ ਬਚ ਗਿਆ ਇਸ ਕਰਕੇ ਮੇਰੀ ਜਿੱਤ ਹੈ। ਮੇਰਾ ਧਰਮ ਬਚ ਗਿਆ ਇਸ ਕਰਕੇ ਮੇਰੀ ਜਿੱਤ ਹੈ। ਤੇਰਾ ਧਰਮ ਨਹੀਂ ਬਚਿਆ ਇਸ ਕਰਕੇ ਤੇਰੀ ਹਾਰ ਹੈ। ਇਹਦਾ ਧਰਮ ਬਚ ਗਿਆ ਉਹ ਜਿੱਤਿਆ, ਇਹ ਧਰਮ ਹੀ ਨਹੀਂ ਬਚਿਆ। ਸੰਸਾਰ 'ਚ ਨਾ ਕੋਈ ਰਿਹਾ ਨਾ ਰਹਿਣਾ। ਸੰਸਾਰ ਦਾ ਰਾਜ ਸੰਸਾਰ ਦਾ ਰਾਜ ਉਹਨਾਂ ਨੇ ਤਾਂ ਮੰਗਿਆ ਹੀ ਨਹੀਂ। ਸੰਸਾਰ ਦਾ ਰਾਜ ਵੀ ਨਾ ਕਿਸੇ ਦਾ ਰਿਹਾ ਨਾ ਰਹਿਣਾ। ਜੋ ਨਾ ਰਹਿਣ ਵਾਲੀ ਚੀਜ਼ ਆ ਉਹਨੂੰ ਨਹੀਂ ਬਚਾਈਦਾ ਹੁੰਦਾ। ਔਰੰਗਜ਼ੇਬ ਬਚਾਉਂਦਾ ਤਾਂ ਨਾ ਰਹਿਣ ਵਾਲੀ ਚੀਜ਼ ਨੂੰ, ਔਰ ਰਹਿਣ ਵਾਲੀ ਚੀਜ਼ ਗਵਾ ਲਈ, ਨਾ ਰਹਿਣ ਵਾਲੀ ਚੀਜ਼ ਬਚਾ ਲਈ। ਕਹਿੰਦੇ ਅਸੀਂ ਬਚਾਇਆ ਉਹ ਚੀਜ਼ ਨੂੰ ਜਿਹੜੀ ਰਹਿਣ ਵਾਲੀ ਹੈ। ਮੇਰੀ ਉਹ ਬਚ ਗਈ, ਤੇਰੀ ਨਾ ਰਹਿਣ ਵਾਲੀ ਬਚਾਈ ਹੈ ਤਾਂ ਇਹ ਊਂ ਨਹੀਂ ਬਚਣੀ, ਉਹ ਊਂ ਨਹੀਂ ਰਹੀ ਤੇਰੇ ਕੋਲ, ਤੂੰ ਹਾਰ ਗਿਆ। ਦੁਬਦਾ ਹੋਏ ਦੋਨੋਂ ਗਏ, ਮਾਇਆ ਮਿਲੀ ਨਾ ਰਾਮ। ਤੇਰੇ ਦੋਏ ਗਏ, ਮੇਰੇ ਦੋਏ ਬਚ ਗਏ। ਆਹ ਲੋਕ ਵੀ ਬਚ ਗਿਆ, ਮੇਰਾ ਪਰਲੋਕ ਵੀ ਬਚ ਗਿਆ। ਅੱਜ ਬਦਨਾਮੀ ਕਿਹਦੀ ਹੈ? ਮੁਸਲਮਾਨ ਦੇ ਮੂੰਹੋਂ ਵੀ ਸੁਣ ਲਓ, ਬਦਨਾਮੀ ਔਰੰਗਜ਼ੇਬ ਦੀ। ਖਾਲਸੇ ਦੀ ਕੋਈ ਬਦਨਾਮੀ ਨਹੀਂ ਹੈ। ਬਾਅਦ ਵਾਲੇ ਅੱਜ ਵਾਲੇ ਦੀ ਚਾਹੇ ਹੋਵੇ, ਅੱਜ ਵਾਲਾ ਤਾਂ ਖਾਲਸਾ ਹੀ ਨਹੀਂ ਹੈ ਨਾ। ਅੱਜ ਵਾਲੇ ਦੀ ਖਾਲਸਾ ਹੈ ਕਿ ਇਹਦੀ ਗੱਲ ਛੱਡੋ। ਉਦੋਂ ਤੱਕ ਬੰਦੇ ਬਹਾਦਰ ਤੋਂ ਪਹਿਲਾਂ ਤੱਕ, ਬੰਦੇ ਬਹਾਦਰ ਤੋਂ ਬਾਅਦ ਗਾਜਰਾਂ ਨੂੰ ਗੁੱਟਲੀਆਂ ਇਕੱਠੀਆਂ ਹੋ ਗਈਆਂ। ਝਗੜਾ ਵੀ ਹੋਇਆ ਤੱਤ ਖਾਲਸੇਦਾਰ ਬੰਦੀਆਂ ਦਾ। ਇਸੇ ਕਰਕੇ ਉਹਨਾਂ ਨੂੰ ਗੁੜਤੀ ਦਿੱਤੀ ਹੋਈ ਸੀ ਦਸਮ ਪਾਤਸ਼ਾਹ ਦੀ। ਬੰਦੇ ਕੋਲ ਗੁੜਤੀ ਹੈ ਨਹੀਂ ਸੀ। ਇਕੱਲੀ ਗੁੜਤੀ ਨਾਲ ਗੱਲ ਨਹੀਂ ਬਣਦੀ, ਜਨਮ ਨਾਲ ਵੀ ਗੱਲ ਬਣਦੀ। ਜਨਮ ਉਹਨਾਂ ਦਾ ਸਿੱਖੀ ਦਾ ਹੋਇਆ ਸੀ। ਸਿੱਖੀ ਬੰਦੇ ਬਹਾਦਰ ਨੂੰ ਸਿੱਖੀ ਬਾਰੇ ਗਿਆਨ ਕੋਈ ਨਹੀਂ ਸੀ। ਫਿਰ ਪੌੜੇ ਲਈ ਸੀ ਨਾ। ਇਕੱਲੀ ਗੁੜਤੀ ਨਾਲ ਕੁਝ ਨਹੀਂ ਹੋਣਾ। ਇਹ ਪਹਾੜ ਗੁੜਤੀ ਹੋਈ ਹੈ, ਹੋਰ ਕੁਝ ਨਹੀਂ ਹੈ। ਨਿਆਣਾ ਹੋਵੇ ਕਿਸੇ ਦਾ ਤੇ ਗੁੜਤੀ ਦੇ ਦੇਵੇ, ਕੋਈ ਬਹੁਤਾ ਅਸਰ ਨਹੀਂ ਪੈਂਦਾ ਹੁੰਦਾ ਗੁੜਤੀ ਦਾ। ਜਿਹੜਾ ਖੂਨ ਆ ਉਹਦਾ ਅਸਰ ਜ਼ਿਆਦਾ ਹੁੰਦਾ, ਗੁੜਤੀ ਦਾ ਅਸਰ ਘੱਟ ਹੁੰਦਾ। ਨਾਨਕ ਦੇ ਘਰ ਜਿਹਨਾਂ ਦਾ ਜਨਮ ਹੋਇਆ ਔਰ ਦਸਮ ਪਾਤਸ਼ਾਹ ਨੇ ਜਿਹਨੂੰ ਗੁੜਤੀ ਦਿੱਤੀ ਹੈ, ਬੇਦੀਆਂ ਦੇ ਜਨਮ ਹੋਇਆ, ਸੋਢੀਆਂ ਦੀ ਗੁੜਤੀ ਹੈ, ਉਹਨੇ ਅਸਲੀ ਖਾਲਸਾ, ਤਤ ਖਾਲਸਾ। ਆਦ ਬਾਣੀ ਨਾਲ ਜਨਮ ਹੋਇਆ, ਦਸਮ ਦੀ ਗੁੜਤੀ ਆਈ ਹੈ, ਫਿਰ ਹੈ ਖਾਲਸਾ। ਉਹ ਤਾਂ ਗੁੜਤੀ ਹੈ ਜਿਹੜੀ ਪੌੜ ਹੈ। ਗੁੜਤੀ ਵੀ ਤਾਂ ਦਿੰਦੇ ਜੰਮੇ ਹੋਏ ਨੂੰ, ਉਹ ਤਾਂ ਗੁੜਤੀ ਹੋਈ ਹੈ। ਪਰ ਗੁੜਤੀ ਦਾ ਵੀ ਅਸਰ ਹੁੰਦਾ ਹੈ। ਇਹ ਨਾ ਕਹੋ ਕਹਿੰਦਾ ਆਪਾਂ ਕਹਿੰਦੇ ਨਿਆਣੇ ਨੂੰ ਫਲਾਣੇ ਦੀ ਗੁੜਤੀ ਆਈ ਹੋਈ ਹੈ। ਇਕੱਲੀ ਗੁੜਤੀ ਹੋ ਸੀ ਉਹਨੂੰ। ਜੰਗ ਤਾਂ ਲੜਿਆ ਗੁੜਤੀ ਵਾਲੀ, ਗੁੜਤੀ ਤਾਂ ਜੰਗ ਕਰਨ ਦੀ ਸੀ। ਜੰਗ ਲੜਿਆ, ਫਿਲੋਸਫੀ ਦਾ ਪਤਾ ਨਹੀਂ ਸੀ, ਵਿਚਾਰਧਾਰਾ ਨਹੀਂ ਸੀ ਉਹਨੂੰ ਪਤਾ। ਸਿੱਖੀ ਦੀ ਵਿਚਾਰਧਾਰਾ ਬਾਰੇ ਗਿਆਨ ਨਹੀਂ ਸੀ। ਜੰਗ ਦੇ ਉਹ ਲੜੇ, ਗੁੜਤੀ ਦੇ ਸਾਹਮਣੇ ਲੜੇ। ਗੁੜਤੀ ਜੋ ਮਾਲਕ ਦੀ ਸੀ, ਗੁੜਤੀ ਪੂਰੀ ਸੀ, ਗੁਰਮਤ ਹੈ ਨਹੀਂ ਸੀ। ਗੁਰਮਤ ਤੋਂ ਆ ਕੇ ਮਾਰ ਖਾ ਗਿਆ।
ਉੱਥੇ ਮਤਭੇਦ ਆ ਜਾਂਦਾ ਸੀ। ਜਿਹੜੇ ਪੰਜ ਪਿਆਰਿਆਂ ਵਾਲੀ ਬਰਾਬਰੀ ਵਾਲੀ ਗੱਲ ਛੱਡ ਗਏ ਹੈ। ਸਾਡੇ ਕੋਲ ਸਭ ਕੁਝ ਹੈ। ਅੱਜ ਅਸੀਂ ਜੋ ਦੇਖਦੇ ਹਾਂ ਨਾ ਆਲੇ ਦੁਆਲੇ ਸੰਸਾਰ ਵਿੱਚ, ਉਹਦਾ ਪ੍ਰਭਾਵ ਕਬੂਲ ਕਰ ਲਿਆ। ਅੱਖਾਂ ਵੈਰੀ ਹੋ ਗਈ, ਅੱਖਾਂ ਨੇ ਰਿਐਕਸ਼ਨ ਕਰਤਾ। ਅੱਖਾਂ ਦੇ ਰਿਐਕਸ਼ਨ ਚੋਂ ਬਚ ਨਹੀਂ ਸਕੇ ਅਸੀਂ। ਦੇਖਦੇ ਹਾਂ ਕੰਨਾਂ ਦੇ ਜਿਹੜਾ ਰਿਐਕਸ਼ਨ ਹੈ, ਇਹ ਦੋ ਅੱਖਾਂ ਔਰ ਕੰਨਾਂ ਨੇ ਰਿਐਕਸ਼ਨ ਕਰਤਾ ਸਾਨੂੰ। ਇਹ ਤੋਂ ਬਚਣ ਵਾਸਤੇ ਕਿਹਾ ਹੋਇਆ ਸੀ, ਇਹ ਨੇਤਰੋਂ ਮੇਰਿਓ ਹਰ ਤੋਂ ਮੈਂ ਜੋ ਧਰੀ ਹਰ ਬਿਨਾ ਵਰਨਾ ਦੇਖੋ ਕੋਈ। ਅਸੀਂ ਇਹ ਕੁਛ ਨਹੀਂ ਕਰਕੇ ਹੋਰ ਕੁਛ ਕਰ ਲਿਆ। ਸਾਨੂੰ ਕੋਠੀਆਂ ਦਿੰਦੀਆਂ ਨੇ, ਕਾਰਾਂ ਦਿੰਦੀਆਂ ਨੇ, ਮੇਰੇ ਕੋਲ ਵੀ ਇਹੋ ਜਿਹੀ ਕੋਠੀ ਹੋਵੇ, ਮੇਰੇ ਕੋਲ ਵੀ ਕਾਰ ਹੋਵੇ। ਜੇ ਅਸੀਂ ਹਰ ਦੇਖਦੇ ਅੰਦਰਲੀ ਅਵਸਥਾ ਦੇਖਦੇ ਤਾਂ ਅਸੀਂ ਦੇਖਦੇ ਸੰਸਾਰ 'ਚ ਅੰਦਰਲੀ ਅਵਸਥਾ ਕਿਹਦੀ ਵੱਡੀ ਹੈ, ਸਾਡੀ ਉਹ ਤੋਂ ਵੱਡੀ ਚਾਹੀਦੀ। ਜਿਹੜਾ ਨਾਮ ਧਨ ਦਾ ਕੰਪੀਟੀਸ਼ਨ ਹੈ, ਇਹਦੀ ਰੇਸ ਚਾਹੀਦੀ ਸੀ ਸਾਡੀ, ਨਾ ਕਿ ਸੰਸਾਰੀ ਧਨ ਦੀ ਰੇਸ ਚਾਹੀਦੀ ਸੀ। ਨਾਮ ਧਨ ਦੀ ਰੇਸ ਛੱਡ ਕੇ ਸੰਸਾਰੀ ਧਨ ਦੀ ਰੇਸ ਵਿੱਚ ਪੈ ਗਿਆ ਸਿੱਖ। ਇਹ ਗੁਰਮਤਿ ਤੋਂ ਖਿਲਾਫ ਹੈ। ਇਹ ਅੱਖਾਂ ਦਾ ਰਿਐਕਸ਼ਨ ਹੈ। ਕੰਨਾਂ ਦਾ ਰਿਐਕਸ਼ਨ ਕੀ ਹੈ? ਗੁਰਮੁਖੀ ਭਾਸ਼ਾ ਦੀ ਬਜਾਏ ਮਨਮੁਖੀ ਭਾਸ਼ਾ ਨੇ ਸੁਣ ਕੇ ਉਹ ਮੰਨ ਲਈ। ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀ ਮਲੀਨ। ਜਿੱਦਣ ਦੇ ਜੰਮਿਆ ਕੰਨਾਂ ਨਾਲ ਇਹ ਤਾਂ ਸੁਣਿਆ, ਆ ਤੇਰਾ ਆ ਮੇਰਾ, ਮਾਂ ਹੈ ਪਿਓ ਹੈ, ਜੰਮਣਾ ਮਰਨਾ, ਜੋ ਸੁਣਿਆ ਸੰਸਾਰ ਦੇ ਵਿੱਚ, ਉਹ ਤੇ ਭਰੋਸਾ ਕਰ ਲਿਆ ਵੀ ਇਹ ਸੱਚ ਹੈ। ਜੋ ਦੀਂਦਾ ਸਭ ਕੁਝ ਸੱਚ ਹੈ। ਗੁਰਬਾਣੀ ਕਹਿੰਦੀ ਸੀ ਜੋ ਦੀਂਦਾ ਤੂੰ ਇਹਨੂੰ ਸੱਚ ਨਾ ਮੰਨ, ਤੈਂ ਜੀਵਨ ਜਗ ਸੱਚ ਕਰ। ਤੇ ਗੁਰਬਾਣੀ ਦੀ ਗੱਲ ਨਹੀਂ ਮੰਨੀ, ਮਨੁੱਖ ਖਾਲੀ ਮੰਨ ਲਈ। ਇੱਥੇ ਕੰਨ ਧੋਖਾ ਦੇ। ਕੱਚੀ ਬਾਣੀ ਜਿਹੜੀ ਸਾਡੀ ਭਾਸ਼ਾ ਹੈ, ਵਿਦਵਾਨਾਂ ਦੀ ਭਾਸ਼ਾ ਹੈ, ਮਨਮੁੱਖਾਂ ਦੀ ਬੋਲੀ ਹੈ, ਉਹ ਪੜ੍ਹ ਕੇ ਅਰਥ ਕਰਨ ਲੱਗੇ ਗੁਰਬਾਣੀ ਦੇ, ਸਮਝਣ ਲੱਗੇ ਗੁਰਬਾਣੀ ਨੂੰ। ਇਹ ਤਾਂ ਬੋਲੀ ਨਹੀਂ ਹੈ, ਇਹ ਗੁਰਮੁਖਾਂ ਦੀ ਬੋਲੀ ਹੈ। ਗੁਰਮੁਖਾਂ ਦੀ ਬੋਲੀ ਕੀ ਹੁੰਦੀ ਹੈ? ਗੁਰਮੁਖਾਂ ਦੀ ਬੋਲੀ ਦੇ ਸ਼ਬਦ ਹੋਰ ਘੜੇ ਹੋਏ ਹੁੰਦੇ ਨੇ। ਘੜੀ ਹੈ ਸ਼ਬਦ ਸੱਚੀ ਟਕਸਾਲ। ਕੌਣ ਕਰਦੇ ਨੇ? ਜਿਨ ਕੋ ਨਦਰ ਕਰਮ ਤਿਨ ਕਾਰ। ਇਹ ਤਾਂ ਬੋਲੀ ਘੜੀ ਹੋਈ ਹੈ। ਹੋਰ ਗੁਰਮੁਖਾਂ ਨੇ ਵੀ ਸੱਚ ਕਿਵੇਂ ਸਮਝਾਉਣਾ, ਸੱਚ ਸਮਝਾਇਆ ਹੀ ਇਸ ਬੋਲੀ ਜਾ ਸਕਦਾ। ਸਾਡੀ ਬੋਲੀ 'ਚ ਝੂਠ ਸਮਝਾਇਆ ਜਾ ਸਕਦਾ, ਸੱਚ ਸਮਝਾਇਆ ਨਹੀਂ ਜਾ ਸਕਦਾ। ਜੋ ਕੁਝ ਗੁਰਬਾਣੀ 'ਚ ਕਿਹਾ ਸੀ ਉਹ ਮੰਨਿਆ ਨਹੀਂ, ਕਿਉਂਕਿ ਅੱਖਾਂ ਦਾ ਧੋਖਾ ਦਿੱਤਾ ਹੈ ਨਾ। ਪਹਿਲਾਂ ਨਾ ਮੰਨਣ ਵਾਲੀ ਗੱਲ, ਸੁਣਨ ਵਾਲੀ ਗੱਲ ਸੁਣੀ ਨਹੀਂ। ਜਿਹੜੀ ਨਾ ਸੁਣਨ ਵਾਲੀ ਸੀ ਉਹ ਸੁਣੀ ਹੋਈ ਹੈ, ਮੰਨੀ ਹੋਈ ਹੈ। ਮੰਨਣ ਵਾਲੀ ਗੱਲ ਮੰਨੀ ਨਹੀਂ, ਸੁਣੀ ਹੋਈ ਨਹੀਂ। ਪਹਿਲਾਂ ਗੱਲ ਮੰਨੇ ਤਾਂ ਜੇ ਸੁਣੇ। ਬਹੁਤ ਕੁਝ ਬਾਣੀ ਜਾਏ ਜਿਹੜਾ ਅਸੀਂ ਸੁਣਿਆ ਹੀ ਨਹੀਂ। ਜੇ ਸੁਣਿਆ ਤਾਂ ਪਹਿਲਾਂ ਤਾਂ ਕੰਨ ਦੇ ਅੰਦਰ ਨਹੀਂ ਗਿਆ, ਜੇ ਅੰਦਰ ਗਿਆ ਤੇ ਜਦ ਇੱਧਰ ਦੀ ਨਿਕਲ ਗਿਆ ਬਾਹਰ, ਅਣਸੁਣਿਆ ਕਰਤਾ। ਜੀਵਨ ਸੱਚ ਕਰਕੇ ਕਿਹਨੇ ਨਹੀਂ ਜਾਣਿਆ ਹੋਇਆ? ਇੱਕ ਆਦਮੀ ਦੱਸੋ, ਰੋਜ਼ ਪੜ੍ਹਦੇ, ਸੱਚ ਕਰਕੇ ਜਾਣਿਆ। ਕੀ ਫਾਇਦਾ ਹੋਇਆ ਸੁਣੇ ਦਾ? ਸੁਣੇ ਦਾ ਕੀ ਫਾਇਦਾ? ਗੁਰ ਕੀ ਮਤ ਤੂੰ ਲੈ ਹੋਏ ਆਣੇ, ਭਗਤ ਬਿਨਾ ਉਹ ਡੁੱਬੇ ਸਿਆਣੇ। ਡੁੱਬਣਾ ਮਨਜ਼ੂਰ ਹੈ ਪਰ ਗੁਰ ਕੀ ਮਤ ਨਹੀਂ ਲੈਣੀ। ਇਹੋ ਹੀ ਨਾ, ਇਹ ਆਣੇ ਤੂੰ ਗੁਰ ਕੀ ਮਤ ਲੈ ਲੈ, ਨਹੀਂ ਤਾਂ ਬੜੇ ਬੜੇ ਸਿਆਣੇ ਇਸ ਭਗਤੀ ਦੇ ਬਿਨਾਂ ਡੁੱਬ ਗਏ ਦਾ ਇਹ ਅਰਥ ਹੈ। ਕੋਈ ਔਖਾ ਅਰਥ ਨਹੀਂ ਹੈ, ਸਪਸ਼ਟ ਹੈ। ਪਰ ਅਸੀਂ ਜੇ ਗੁਰ ਕੀ ਮਤ ਨਹੀਂ ਲੈਂਦੇ, ਇਹ ਮੰਨ ਕੇ ਚੱਲਦੇ ਵੀ ਡੁੱਬਣਾ ਮਨਜ਼ੂਰ ਹੈ ਪਰ ਗੁਰ ਕੀ ਮਤ ਨਹੀਂ ਲੈਣੀ, ਫਿਰ ਵੀ ਅਸੀਂ ਸਿੱਖ ਹਾਂ।
ਫਿਰ ਵੀ ਅਸੀਂ ਸਿੱਖ ਹਾਂ। ਤੇ ਗੁਰ ਕੀ ਮਰਜ਼ੀ ਨਹੀਂ ਸਿੱਖ ਕਿਵੇਂ ਆ ਬਈ? ਕਿਹੜੀ ਗੱਲ ਸੁਣੀ ਹੈ ਗੁਰਬਾਣੀ ਦੀ? ਦੱਸੋ ਤਾਂ ਸਹੀ। ਇੱਕ ਗੱਲ ਸੁਣ ਕੇ ਖੜ ਜਾਓ, ਸਾਰੀ ਬਾਣੀ ਤੁਹਾਡੀ ਸਪੋਰਟ ਤੇ ਆ ਜੂਗੀ। ਇੱਕ ਗੱਲ ਸੁਣ ਕੇ ਉਹਦੇ ਤੇ ਪਹਿਰਾ ਦਿਓ, ਬਾਕੀ ਸੁਣਨ ਦੀ ਲੋੜ ਨਹੀਂ, ਤੁਸੀਂ ਬਿਲਕੁਲ ਸਿੱਖ ਬਣ ਜਾਓਗੇ। ਇੱਕ ਗੱਲ ਤੇ ਖੜ ਜਾਓ, ਐਸੇ ਤੇ ਖੜ ਜਾਓ, ਗੁਰ ਕੀ ਮਤ ਲੈ ਆਣ। ਬਹੁਤੀਆਂ ਸੁਣਨ ਦੀ ਲੋੜ ਹੀ ਨਹੀਂ, ਬਹੁਤੀ ਬਾਣੀ ਪੜ੍ਹਨ ਦੀ ਲੋੜ ਹੀ ਨਹੀਂ। ਇੱਕ ਪੁਆਇੰਟ ਤੇ ਖੜੋ ਤਾਂ ਸਹੀ। ਕਿਤੇ ਜਦ ਕਿਤੇ ਖੜੇ ਹੀ ਨਹੀਂ, ਫਿਰ ਸਿੱਖ ਕਿਵੇਂ ਆ? ਫਿਰ ਲੋਕ ਸਾਨੂੰ ਸਿੱਖ ਕਿਉਂ ਮੰਨਣ? ਅਸੀਂ ਉਹਨਾਂ ਦਾ ਗੁੱਸਾ ਕਿਉਂ ਕਰਦੇ ਹਾਂ? ਸਿੱਖ ਨਹੀਂ ਕਹਿੰਦੇ ਕਦੇ ਵੀ, ਗੁਰਮੁਖ ਨਹੀਂ ਕਹਿੰਦੇ ਕਦੇ ਵੀ ਸਾਨੂੰ ਨਾ ਨਿੰਦੋ। ਜਿਹੜਾ ਨਾ ਨਿੰਦੋ ਕਹਿੰਦਾ ਉਹ ਨਿੰਦਕਾਪ ਹੈ। ਪੜ੍ਹਦਾ ਉਹ ਹੈ ਜਿਹੜਾ ਫੱਟੀ ਲਿਖ ਕੇ ਸਵਾਲ ਕੱਢ ਕੇ ਟੀਚਰ ਕੋਲ ਲੈ ਕੇ ਜਾਂਦਾ ਵੀ ਦੱਸੋ ਮੇਰੀ ਇਹ 'ਚ ਕੀ ਗਲਤੀ ਹੈ। ਕੋਈ ਗਲਤੀ ਤਾਂ ਨਹੀਂ, ਤਾਂ ਪੜ੍ਹਦੇ ਨੇ। ਅਸੀਂ ਕਹਿੰਦੇ ਜੋ ਕੁਛ ਆਮ ਹੈ, ਜੋ ਮੰਨਿਆ ਮੇਰਾ ਠੀਕ ਹੈ, ਕੌਣ ਹੁੰਦਾ ਮੈਨੂੰ ਟੋਕਣ ਵਾਲਾ? ਪੜ੍ਹ ਕਿਵੇਂ ਜਾਵਾਂਗੇ? ਕਿਵੇਂ ਪੜ੍ਹ ਜਾ? ਕਿਵੇਂ ਸਿੱਖਿਆ ਲੈ ਲਾਂਗੇ? ਕਿਸੇ ਦੀ ਲੋੜ ਨਹੀਂ ਹੈ ਬਾਣੀ ਦਾ ਵਿਰੋਧ ਕਰਨ ਦੀ। ਹੁਣ ਸਾਨੂੰ ਰਹੀ, ਅਸੀਂ ਇੰਨੀ ਤਾਦਾਦ 'ਚ ਬਾਣੀ ਦਾ ਵਿਰੋਧ ਕਰਨ ਵਾਲੇ, ਬਾਕੀ ਕਿਸੇ ਦੀ ਲੋੜ ਨਹੀਂ। ਫਿਰ ਗੁਰੂ ਕਿਹੜੇ ਅੱਗੇ ਤੁਸੀਂ ਕਿਹੜੇ ਮੂੰਹ ਨਾਲ ਅਰਦਾਸ ਕਰਦੇ ਹੋ ਖੜੇ ਹੋ ਕੇ? ਕਿਹੜੇ ਮੂੰਹ ਨਾਲ ਅਰਦਾਸ ਕਰਦੇ ਹੋ ਖੜੇ ਹੋ ਕੇ? ਫਿਰ ਕਿਹਦੇ ਮੂਹਰੇ ਕਰਦੇ ਹੋ ਅਰਦਾਸ? ਪਰਮੇਸ਼ਰ ਮੂਹਰੇ ਨਹੀਂ ਕਰਦੇ। ਜਿਹਦੇ ਮੂਹਰੇ ਗੁਰਬਾਣੀ ਕਹਿੰਦੀ ਅਰਦਾਸ, ਉਹਦੇ ਮੂਹਰੇ ਵੀ ਨਹੀਂ ਕਰਦੇ। ਸ਼ਾਇਦ ਇਸ ਕਰਕੇ ਨਹੀਂ ਕਹਿੰਦੇ ਵੀ ਉਹਦੇ ਮੁਲਜ਼ਮ ਸੀ। ਸਕੇ ਇਹਨਾਂ ਗੁਰੂਆਂ ਦੇ ਵੀ ਨਹੀਂ ਹੈਗੇ ਤੁਸੀਂ। ਜਿਨ੍ਹਾਂ ਨੇ ਸਾਨੂੰ ਕਿਹਾ ਐਂ ਕਰਿਓ ਐਂ ਨਾ ਕਰਿਓ, ਉਹ ਅਸੀਂ ਕਰਦੇ ਹਾਂ ਉਦੋਂ ਉਲਟ ਉਹਨਾਂ ਦੇ ਕਹੇ ਤੋਂ। ਉਹ ਤੁਸੀਂ ਜੋ ਮਰਜ਼ੀ ਮੰਨੀ ਜਾਓ, ਉਹ ਤੁਹਾਨੂੰ ਸਕੇ ਨਹੀਂ ਮੰਨਦੇ। ਉਹਨਾਂ ਦੀ ਮਤ ਨੂੰ ਤੁਸੀਂ ਉਹ ਖਰਾਬ ਕਰਦੇ ਹੋ, ਉਲਟੇ ਰਾਹ ਪਾਉਂਦੇ ਹੋ। ਤੇ ਉਹ ਸਾਡੇ ਨਾਲ ਰਾਜੀ ਕਿਵੇਂ ਹੋ ਜਾਣਗੇ? ਕਿਵੇਂ ਤੁਸੀਂ ਮੰਨ ਲਿਆ ਵੀ ਸਾਡੇ ਨਾਲ ਰਾਜੀ ਨੇ? ਤੁਸੀਂ ਜੋ ਮਰਜ਼ੀ ਮੰਨੀ ਜਾਓ, ਉਹ ਤੁਹਾਡੇ ਨਾਲ ਕੋਈ ਰਾਜੀ ਨਹੀਂ। ਇਸ ਕਰਕੇ ਜੋ ਸਿੱਖਾਂ ਨਾਲ ਹੋ ਰਿਹਾ ਠੀਕ ਹੋ ਰਿਹਾ, ਇੱਦਾਂ ਵੀ ਜ਼ਿਆਦਾ ਹੋਣਾ ਚਾਹੀਦਾ ਇਹਨਾਂ ਨੂੰ। ਹਰ ਵਿਸਰਤ ਸਦਾ ਗੁਰਬਾਣੀ ਕਹਿੰਦੀ ਹੈ। ਗੁਰਬਾਣੀ ਝੂਠੀ ਹੋਈ ਵੇ, ਗੁਰਬਾਣੀ ਝੂਠੀ ਹੋਵੇ, ਇਹ ਹੁਕਮ ਦਰਗਾਹ ਹੈ, ਕਿਸੇ ਦਾ ਕਿਹਾ ਹੋਇਆ ਨਹੀਂ। ਇਹ ਸੱਚਾ ਹੋਊਗਾ, ਝੂਠਾ ਨਹੀਂ ਹੋ ਸਕਦਾ। ਜਿਵੇਂ ਸੰਸਾਰ ਦਾ ਹਰ ਵਿਸਰਿਆ ਹੋਇਆ, ਉਵੇਂ ਸਾਡਾ ਹਰ ਵਿਸਰਿਆ ਹੋਇਆ। ਜੇ ਜੀ ਸੰਸਾਰ ਨੂੰ ਖੁਆਰੀ ਹੋ ਜੀ ਸਾਨੂੰ ਖੁਆਰੀ। ਸਪੈਸ਼ਲ ਉਹਦੇ ਵਾਸਤੇ ਹੈ ਜਿਹੜਾ ਗੁਰੂ ਬਾਣਾ ਹੈ। ਉਹਦੇ ਵਾਸਤੇ ਕੋਈ ਸਪੈਸ਼ਲ ਹੋ ਸਕਦਾ, ਦੂਏ ਵਾਸਤੇ ਕੋਈ ਸਪੈਸ਼ਲ ਨਹੀਂ। ਕਿਰਪਾ ਉਹਦੇ ਤੇ ਕਨੇਰੀ ਹੋ ਸਕਦੀ ਹੈ ਜਿਹੜਾ ਗੁਰੂ ਬਾਣਾ ਹੈ। ਥੋੜੀ ਸਾਰਿਆਂ ਤੇ ਹੀ ਹੈ, ਥੋੜੀ ਕਿਰਪਾ ਤਾਂ ਸਾਰਿਆਂ ਤੇ ਹੀ ਹੈ। ਇਹੋ ਜਿਹੇ ਸਿੱਖ ਤਾਂ ਸਾਰੇ ਹੀ ਨੇ ਜਿਹੇ ਜਿਹੇ ਅਸੀਂ ਉਹਦੇ। ਇੱਦੋਂ ਵੀ ਚੰਗੇ ਨੇ ਕਈ ਧਰਮਾਂ ਦੇ ਵਿੱਚ ਆਦਮੀ, ਸਿਰਫ ਬਾਣਾ ਹੀ ਨਹੀਂ ਪਾਇਆ ਹੋਇਆ। ਭਲੇ ਕੰਮ ਕਰਨ ਵਾਲੇ, ਲੋਕਾਂ ਦਾ ਭਲਾ ਸੋਚਣ ਵਾਲੇ, ਉਹੋ ਜਿਹਾ ਧਰਮ ਜਿਹੋ ਜਿਹਾ ਅਸੀਂ ਮੰਨੀ ਬੈਠੇ ਹਾਂ, ਲੰਗਰ ਚਲਾਉਣੇ, ਇਹ ਕਰਨਾ ਉਹ ਕਰਨਾ, ਤਾਂ ਸਾਰੇ ਧਰਮ ਕੋਈ ਨਾ। ਫਿਰ ਤਾਂ ਇੱਥੇ ਫਿਰ ਤਾਂ ਕੋਈ ਫਰਕ ਨਹੀਂ ਹੈ। ਉਹ ਅਗਲੀ ਗੱਲ ਨਹੀਂ ਹੈ। ਜਿੱਥੋਂ ਜਾ ਕੇ ਸਾਰੇ ਧਰਮਾਂ ਦਾ ਇੱਕ ਰਸਤਾ ਬਣਦਾ, ਉਹ ਗੱਲ ਸਾਡੇ ਕੋਲ ਵੀ ਨਹੀਂ ਹੈ। ਦੂਏ ਧਰਮਾਂ 'ਚ ਤਾਂ ਖੈਰ ਹੈ ਨਹੀਂ, ਸਾਡੇ ਕੋਲ ਹੈ। ਅਸੀਂ ਉਹ ਗੱਲ ਦੱਸਣੀ ਸੀ ਲੋਕਾਂ ਨੂੰ ਵੀ ਇੱਥੇ ਤੱਕ ਸੰਤੋਖ ਤੱਕ ਤੋਂ ਗਾਹਾਂ ਦਾ ਰਸਤਾ ਕੀ ਹੈ। ਇਹ ਜ਼ਿੰਮੇਵਾਰੀ ਸਾਡੀ ਸੀ। ਇੱਥੇ ਥੱਲੇ ਸੰਤੋਖ ਤੱਕ ਤਾਂ ਕਿਸੇ ਵੀ ਧਰਮ ਦਾ ਬੰਦਾ ਆ ਸਕਦਾ ਹੈ। ਮੀਆਂ ਮੀਰ ਆਇਆ ਹੋਇਆ ਸੀ, ਬੁੱਢਣ ਸ਼ਾਹ ਆਇਆ ਹੋਇਆ ਸੀ ਸੰਤੋਖ ਤੱਕ। ਬਹੁਤਾ ਚਿਰ ਨਹੀਂ ਲੱਗਿਆ ਉਹਨੂੰ ਗਾਂ ਸਮਝਾਉਣ ਵਾਸਤੇ।
ਹਿੰਦੂ ਮਤ ਦੇ ਵੀ ਸੰਤ ਆਏ ਹੋਏ ਸੀ ਬਹੁਤ ਸਾਰੇ, ਗੁਰੂ ਅਮਰਦਾਸ ਜੀ ਆਏ ਹੋਏ ਸੀ, ਪਰ ਅੱਗੇ ਨਹੀਂ ਸੀ ਰਾਹ ਮਿਲਦਾ। ਸੰਤੋਖ ਤੱਕ ਕਬੀਰ ਪਹੁੰਚਿਆ ਹੋਇਆ ਸੀ, ਅੱਗੇ ਨਹੀਂ ਸੀ ਰਾਹ ਮਿਲਦਾ। ਅਗਲਾ ਰਾਹ ਦੱਸਣ ਦੀ ਜ਼ਿੰਮੇਵਾਰੀ ਸਿੱਖਾਂ ਦੀ ਹੈ, ਕਿਉਂਕਿ ਸਾਡੇ ਕੋਲ ਹੈ ਅਗਲੀ ਗੱਲ, ਹੋਰ ਕਿਸੇ ਕੋਲ ਹੈ ਨਹੀਂ। ਅਗਲੀ ਗੱਲ ਅਸੀਂ ਆਪ ਹੀ ਨਹੀਂ ਮੰਨਦੇ, ਅਸੀਂ ਆਪ ਹੀ ਨਹੀਂ ਐਕਸੈਪਟ ਕੀਤੀ, ਦੂਏ ਨੂੰ ਕੀ ਕਹਾਂਗੇ ਅਸੀਂ? ਉਹ ਸਾਨੂੰ ਨਹੀਂ ਚੰਗੀ ਲੱਗਦੀ।